ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। 33 ਸਾਲਾਂ ਬਾਅਦ ਅਤੇ 5 ਸਾਲ ਦਿਮਾਗ ਲਗਾ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਸਰਕਾਰ ਨੇ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦਾ ਖਰੜਾ ਜਨਤਕ ਕੀਤਾ। ਇਹਦੇ ਤੇ ਲੋਕਾਂ ਤੇ ਮਾਹਿਰਾਂ ਤੋਂ ਸਲਾਹਾਂ ਮੰਗੀਆਂ। 30 ਜੂਨ ਤੱਕ ਦਾ ਸਮਾਂ ਇਸ ਕੰਮ ਲਈ ਦਿੱਤਾ ਗਿਆ ਸੀ, ਭਾਵੇਂ ਕਿ ਬਹੁਤ ਸਾਰੇ ਲੋਕਾਂ ਨੇ ਇਹ ਮੰਗ ਵੀ ਕੀਤੀ ਹੈ ਕਿ ਅਜੇ ਇਸ ਨੀਤੀ ਖਰੜੇ ਨੂੰ ਸਮਝਣ ਪਰਖਣ ਲਈ ਲੰਮੇਰਾ ਸਮਾਂ ਚਾਹੀਦਾ ਹੈ। ਬਹੁਤ ਸਾਰੇ ਸਿੱਖਿਆ ਮਾਹਿਰਾਂ ਨੇ ਇਸ ਖਰੜੇ ਦੇ ਉੱਤੇ ਆਪਣੀ ਰਾਏ ਦਿੱਤੀ ਹੈ। ਸਰਕਾਰ ਦਾ ਇੱਕ ਦ੍ਰਿੜ ਇਰਾਦਾ ਤਾਂ ਸਾਫ਼ ਦਿਖਾਈ ਦੇ ਰਿਹਾ ਕਿ ਜਿਵੇਂ ਅੱਜ ਤੱਕ ਸਾਡੇ ਦੇਸ਼ ਦਾ ਸਕੂਲ, ਕਾਲਜ ਤੇ ਯੂਨੀਵਰਸਿਟੀ ਸਿਸਟਮ ਚੱਲਦਾ ਰਿਹਾ ਹੈ, ਇਹ ਸਭ ਬਦਲ ਜਾਵੇਗਾ। ਸਾਰਾ ਸਿੱਖਿਆ ਦਾ ਢਾਂਚਾ ਇੱਕ ਰਾਸ਼ਟਰੀ ਸਿੱਖਿਆ ਕਮਿਸ਼ਨ ਦੇ ਥੱਲੇ ਆ ਜਾਵੇਗਾ, ਜਿਸ ਦੇ ਮੁਖੀ ਪ੍ਰਧਾਨ ਮੰਤਰੀ ਆਪ ਹੋਣਗੇ। ਬਹੁਤ ਸਾਰੇ ਸਕੂਲ, ਕਾਲਜ ਬੰਦ ਕਰ ਦਿੱਤੇ ਜਾਣਗੇ ਜਿਹੜੇ ਨਹੀਂ ਚੱਲ ਰਹੇ। ਐਜੂਕੇਸ਼ਨਲ ਕਾਲਜ ਅਤੇ ਬੀਐਡ ਟੀਚਰ ਪੈਦਾ ਕਰਦੇ ਕਾਲਜ ਆਪਣੀ ਦੁਕਾਨ ਬੰਦ ਸਮਝਣ। ਆਮ ਉਚੇਰੀ ਸਿੱਖਿਆ, ਡਾਕਟਰੀ ਦੀ ਪੜ੍ਹਾਈ, ਇੰਜੀਨੀਅਰਿੰਗ ਦੀ ਪੜ੍ਹਾਈ, ਖੇਤੀਬਾੜੀ ਵਾਲੇ ਕੋਰਸ, ਕਿੱਤਾ-ਮੁਖੀ ਕੋਰਸ ਸਭ ਕੁਝ ਬਦਲ ਜਾਵੇਗਾ। ਕਿਸ ਨੂੰ ਆਰਟਸ ਕਹਿਣਾ ਹੈ, ਕਿਸ ਨੂੰ ਸਾਇੰਸ ਤੇ ਟੈਕਨੋਲੋਜੀ ਦੀ ਪੜ੍ਹਾਈ ਕਹਿਣਾ ਹੈ, ਇਹ ਸਭ ਵੀ ਬਦਲ ਜਾਵੇਗਾ। ਲਗਭਗ 500 ਸਫ਼ਿਆਂ ਦੀ ਰਿਪੋਰਟ ਹੈ ਤੇ ਉਸੇ ਦਿਨ ਜਨਤਕ ਕੀਤੀ ਗਈ ਸੀ ਜਿਸ ਦਿਨ ਨਰਿੰਦਰ ਮੋਦੀ ਸਰਕਾਰ ਨੇ ਅਹੁਦਾ ਸੰਭਾਲਿਆ ਸੀ। ਬਹੁਤ ਸਾਰੇ ਸਵਾਲ ਨੇ, ਬਹੁਤ ਕੁਝ ਸਮਝਣ ਵਾਲਾ ਹੈ। ਸਾਡੇ ਨਾਲ ਇਹਦੇ ਲਈ ਜੁੜ ਰਹੇ ਨੇ ਪੰਜਾਬ ਯੂਨੀਵਰਸਿਟੀ ਤੋਂ ਐਜੂਕੇਸ਼ਨਿਸਟ ਡਾਕਟਰ ਕੁਲਦੀਪ ਪੁਰੀ ਜੀ, ਜਿਨ੍ਹਾਂ ਨੇ ਇਸ ਖਰੜੇ ਨੂੰ ਬੜੀ ਬਾਰੀਕੀ ਨਾਲ ਪੜ੍ਹਿਆ ਹੈ। ਮੇਨ ਸਟ੍ਰੀਮ ਅਖਬਾਰਾਂ ਦੇ ਵਿੱਚ ਇਹਦੇ ਬਾਰੇ ਲੇਖ ਲਿਖੇ ਨੇ। ਸਾਡੇ ਨਾਲ ਜੁੜ ਰਹੇ ਨੇ ਪ੍ਰੋਫੈਸਰ ਅਰਵਿੰਦ ਜੀ, ਡਾਇਰੈਕਟਰ ਆਈਸਰ ਮੋਹਾਲੀ ਦੇ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ, ਪ੍ਰਾਇਮਰੀ ਅਦਾਰਾ ਹੈ ਹਿੰਦੁਸਤਾਨ ਦਾ ਜਿਹੜਾ ਐਕਸਕਲੂਸਿਵਲੀ ਸਾਇੰਸ ਤੇ ਰਿਸਰਚ ਦੇ ਉੱਤੇ ਫੋਕਸਡ ਹੈ। ਸਾਡੇ ਨਾਲ ਜੁੜ ਰਹੇ ਨੇ ਤਰਸੇਮ ਬਾਈਆ ਜੀ। ਤਰਸੇਮ ਬਾਈਆ ਜੀ ਪ੍ਰਿੰਸੀਪਲ ਰਹੇ ਨੇ ਏਐਸ ਕਾਲਜ ਖੰਨਾ ਦੇ ਅਤੇ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਦੇ ਸਿੰਡੀਕੇਟ ਦੇ ਹੋਲਡ ਯੋਰ ਬ੍ਰੈਥ 3 ਦਹਾਕਿਆਂ ਤੋਂ ਮੈਂਬਰ ਚਲੇ ਆ ਰਹੇ ਨੇ। ਸੋ ਸਿੱਖਿਆ ਦੀ ਅਜਿਹੀ ਕਿਹੜੀ ਵੰਨਗੀ ਹੋਵੇਗੀ, ਚਾਹੇ ਉਹ ਸਕੂਲ ਦੀ ਸਿੱਖਿਆ ਹੋਵੇ, ਚਾਹੇ ਉਚੇਰੀ ਸਿੱਖਿਆ, ਜਿਸ ਤੋਂ ਵਾਕਿਫ ਨਹੀਂ ਹੋਣਗੇ। ਤੇ ਸਾਡੇ ਨਾਲ ਜੁੜ ਰਹੇ ਨੇ ਡਾਕਟਰ ਕੁਲਦੀਪ ਸਿੰਘ ਜੀ, ਪੰਜਾਬੀ ਯੂਨੀਵਰਸਿਟੀ ਤੋਂ ਨੇ, ਐਜੂਕੇਸ਼ਨਿਸਟ ਨੇ, ਐਜੂਕੇਸ਼ਨ ਦੇ ਮਹਿਕਮੇ ਨਾਲ ਹੀ ਸੰਬੰਧ ਰੱਖਦੇ ਨੇ ਅਤੇ ਸਟੇਟ ਕਾਲਜ ਆਫ ਐਜੂਕੇਸ਼ਨ ਦੇ ਵਿੱਚ ਵੀ ਰਹੇ ਨੇ, ਜਿੱਥੋਂ ਪ੍ਰਾਇਮਰੀ ਅਸੀਂ ਟੀਚਰ ਪੈਦਾ ਕਰਦੇ ਰਹੇ ਹਾਂ। ਇਹਨਾਂ ਦਾ ਤੇ ਤਮਾਮ ਫੀਲਡ ਹੀ ਲੱਗਦਾ ਬਦਲ ਜਾਵੇਗਾ। ਡਾਕਟਰ ਕੁਲਦੀਪ ਪੁਰੀ ਜੀ, ਸਭ ਤੋਂ ਪਹਿਲਾਂ ਸਭ ਤੋਂ ਵੱਡੀ ਖੂਬਸੂਰਤ ਗੱਲ ਇਸ ਪਾਲਿਸੀ ਵਿੱਚ ਕੀ ਹੈ ਜਿਹਦੇ ਨਾਲ ਤੁਹਾਨੂੰ ਧਰਵਾਸ ਮਿਲਿਆ, ਤੇ ਇਹੋ ਜਿਹਾ ਕੀ ਹੈ ਜਿਹਦੇ ਨਾਲ ਤੁਹਾਨੂੰ ਡਰ ਲੱਗਿਆ? ਧਰਵਾਸ ਦੀ ਗੱਲ ਤਾਂ ਇਹ ਕਿ ਵੀ ਆ ਗਈ। ਅਸੀਂ 5 ਸਾਲ ਇਹ ਆ ਹੀ ਨਹੀਂ ਸੀ ਰਹੀ 1986 ਤੋਂ ਬਾਅਦ। 5 ਸਾਲ ਤੋਂ ਅਸੀਂ ਇਹ ਸੋਚ ਰਹੇ ਸੀ ਵੀ ਹੁਣ ਆਈ ਜੀ। ਇਹਦੀ ਜਿਹੜੀ ਡਰਾਫਟ ਹੈ TR ਸੁਬਰਾਮਨੀਅਮ ਕਮੇਟੀ ਨੇ ਵੀ ਪਹਿਲੇ ਦਿੱਤਾ ਜੀ ਫਾਰਮਰ ਕੈਬਨਿਟ ਸੈਕਟਰੀ, ਉਹਨਾਂ ਨੂੰ ਪਸੰਦ ਨਹੀਂ ਆਇਆ ਵੀ ਹੋਰ ਆਏਗੀ ਜੀ। तो बहुत एक्सपेक्टेशंस हैं। इसरो ਦੇ ਫਾਰਮਰ ਚੇਅਰਮੈਨ ਕਸਤੂਰੀ ਰੰਗਨ ਜੀ, ਇੱਕ ਤਾਂ ਉਹ ਆ ਗਈ ਜੀ। ਦੂਸਰੀ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਤਸੱਲੀ ਨਾ ਦੇਣ ਵਾਲੀ ਗੱਲ ਹੈ, ਉਹ ਇਹ ਹੈ ਕਿ ਇਹਦੇ ਵਿੱਚ ਬਹੁਤ ਪਰਦਾਦਾਰੀ ਦੇ ਤਰੀਕੇ ਦੇ ਨਾਲ ਜੀ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਅੱਗੇ ਵਧਾਇਆ ਗਿਆ ਹੈ ਜਿਹੜੀਆਂ ਗਰੀਬ ਗੁਰਬਾ ਔਰ ਉੜੇ ਥੋੜੇ ਲੋਕਾਂ ਦੀ ਜਿਹੜੀ ਐਜੂਕੇਸ਼ਨ ਹੈ ਉਹਦੇ ਵਾਸਤੇ ਕੋਈ ਬਹੁਤ ਜ਼ਿਆਦਾ ਤੁਹਾਨੂੰ ਐਂਟੀ ਪੂਅਰ ਲੱਗ ਰਹੀ ਹੈ ਐਜੂਕੇਸ਼ਨ ਪਾਲਿਸੀ ਜਿਹੜੀ ਉਹ ਕਹਿ ਰਹੇ ਨੇ ਅਸੀਂ ਐਕਚੁਅਲੀ ਜ਼ਿਆਦਾ ਲੋਕਾਂ ਨੂੰ ਐਜੂਕੇਸ਼ਨ ਦਾਇਰੇ ਲਿਆਉਣ ਉਹਦੇ ਲਈ ਮੇਰੇ ਖਿਆਲ ਅਨੁਸਾਰ ਬਹੁਤ ਜ਼ਿਆਦਾ ਉਹਨਾਂ ਦੇ ਹੱਕ ਦੇ ਵਿੱਚ ਤਾਂ ਨਹੀਂ ਜਾਏਗੀ ਜੀ, ਕਿਉਂਕਿ ਇਹ ਤੇ ਜਦੋਂ ਇਹ ਇੰਪਲੀਮੈਂਟ ਜੇ ਹੋ ਜਾਂਦੀ ਹੈ ਤੇ ਫਿਰ ਇਹਦੇ ਪਤਾ ਲੱਗਣਗੇ ਆਉਣ ਵਾਲੇ 10 ਸਾਲਾਂ ਵਿੱਚ ਕਿ ਕਿਵੇਂ ਉਹ ਸਾਰੇ ਲੋਕ ਜਿਹੜੇ ਨੇ ਉਹ ਛਣ ਕੇ ਬਾਹਰ ਚਲੇ ਗਏ। ਤਰਸੇਮ ਬਾਈਆ ਜੀ, ਸੇਲੀਐਂਟ ਪੁਆਇੰਟਸ ਥੋੜੇ ਜਿਹੇ ਦੱਸ ਦਿਓ, ਕਿਉਂਕਿ ਜੇ 33 ਸਾਲਾਂ ਬਾਅਦ ਆਈ ਹੈ, 5 ਸਾਲ ਤੋਂ ਤਾਂ ਤੁਸੀਂ ਇੰਤਜ਼ਾਰ ਕਰ ਰਹੇ ਸੀ ਆਈ ਹੈ। ਇੱਕ ਤਾਂ ਨੈਸ਼ਨਲ ਐਜੂਕੇਸ਼ਨ ਕਮਿਸ਼ਨ ਬਣਨਾ, ਰਾਸ਼ਟਰੀ ਸਿੱਖਿਆ ਆਯੋਗ ਜਿਹੜਾ ਉਹਨਾਂ ਨੇ ਕਿਹਾ। ਇਹ ਇੰਟਰਸਟਿੰਗ ਹੈ ਕਿ ਇਹਦੇ 'ਚ 50% ਉਹਨਾਂ ਨੇ ਕਿਹਾ ਮੰਤਰੀ ਹੋਣਗੇ, 50% ਜਿਹੜੇ ਐਜੂਕੇਸ਼ਨ ਦੇ ਮਾਹਿਰ ਹੋਣਗੇ, ਅਕੈਡਮਿਕਸ ਹੋਣਗੇ, ਸਿਵਲ ਸੁਸਾਇਟੀ ਦੇ ਮੈਂਬਰਸ ਹੋਣਗੇ। ਸੋ ਇਹ ਨਵਾਂ ਖੂਬਸੂਰਤ ਐਕਸਪੈਰੀਮੈਂਟ ਇੱਕ ਕੀਤਾ ਜਾ ਰਿਹਾ ਹੈ। UGC ਦਾ ਤੇ ਮੰਨ ਲਈਏ ਕਿ ਭੋਗ ਹੀ ਇਹਦੇ ਵਿੱਚ ਪੈ ਗਿਆ ਹੈ, UGC ਤਾਂ ਨਹੀਂ ਬਚੇਗਾ, ਨਾਮ ਬਦਲ ਗਿਆ ਉਹਦਾ ਨਾਮ ਬਦਲ ਗਿਆ, ਰੋਲ ਵੀ ਬਦਲ ਗਿਆ। ਸੈਕੰਡ, ਇੱਕ ਜਿਹੜੀ ਇਹ ਸੁਪਰਾ ਆਰਗੇਨਾਈਜੇਸ਼ਨ ਬਣੀ ਹੈ, ਇਹਦੇ ਥੱਲੇ ਉਹਨਾਂ ਨੇ ਬਹੁਤ ਸਾਰੀਆਂ ਹੋਰ ਆਰਗੇਨਾਈਜੇਸ਼ਨਸ ਬਣਾਈਆਂ, ਜਿਹੜੀਆਂ ਨੈਸ਼ਨਲ ਰਿਸਰਚ ਫੰਡ ਹੈ ਜਾਂ ਨੈਸ਼ਨਲ ਹਾਇਰ ਐਜੂਕੇਸ਼ਨ ਰੈਗੂਲੇਟਰੀ ਅਥਾਰਟੀ ਹੈ, ਜਿਹਦਾ ਮਤਲਬ ਹੋਵੇਗਾ ਕਿ ਹਰ ਸਟੇਟ ਦੇ ਵਿੱਚ ਵੀ ਇੱਕ ਐਜੂਕੇਸ਼ਨ ਰੈਗੂਲੇਟਰੀ ਅਥਾਰਟੀ ਹੋਵੇਗੀ। ਜਿਵੇਂ ਬਿਜਲੀ ਬੋਰਡ ਵਾਲਿਆਂ ਦੀ ਬਿਜਲੀ ਵਾਲਿਆਂ ਦੀ ਅਥਾਰਟੀ ਹੈ, ਜਿੱਦਾਂ ਟਰਾਈ ਹੈ, ਇਸ ਤਰੀਕੇ ਨਾਲ ਹੁਣ ਐਜੂਕੇਸ਼ਨ ਦਾ ਹਿਸਾਬ ਕਿਤਾਬ ਰੱਖਣ ਲਈ, ਅਕਾਊਂਟੇਬਿਲਿਟੀ ਫਿਕਸ ਕਰਨ ਲਈ ਇੱਕ ਬਾਡੀ ਪਰਮਾਨੈਂਟਲੀ ਇਸੇ ਕੰਮ ਤੇ ਹੋਵੇਗੀ। ਅਧਿਆਪਕਾਂ ਦੇ ਸਿਰ ਦੇ ਉੱਤੇ ਕੁੰਡਾ ਵੀ ਇਹਦਾ ਨਾਮ ਰੱਖ ਸਕਦੇ ਆ ਪਰਮਾਨੈਂਟਲੀ। ਇੱਕ ਨੈਸ਼ਨਲ ਟੈਸਟਿੰਗ ਏਜੰਸੀ ਹੋਵੇਗੀ। ਇੱਕ ਐਜੂਕੇਸ਼ਨ ਡਾਟਾ ਕਿੱਥੇ ਰੱਖਿਆ ਜਾਣਾ, ਕਿਉਂਕਿ ਸਾਡੇ ਕੋਲ ਅਜੇ ਤੱਕ ਡਾਟਾ ਸੇਵਿੰਗ ਦਾ ਕੋਈ ਇਰਾਦਾ ਨਹੀਂ ਬਣਿਆ ਹੋਇਆ। ਫਿਰ ਉਸ ਤੋਂ ਬਾਅਦ ਜਨਰਲ ਐਜੂਕੇਸ਼ਨ ਕੌਂਸਲ ਹੈ, ਫਿਰ ਮਲਟੀ ਡਿਸਿਪਲਿਨਰੀ ਬਾਕੀ ਬਾਡੀਜ਼ ਨੇ। ਤੁਹਾਨੂੰ ਨਹੀਂ ਜਾਪਦਾ ਕਿ ਇੱਕ ਆਰਕੀਟੈਕਚਰ ਬੜੇ ਲੰਬੇ ਸਮੇਂ ਤੋਂ ਕਲੋਨੀਅਲ ਜਿਹਾ ਚੱਲਿਆ ਆ ਰਿਹਾ ਸੀ,
ਇਹ ਉਸ ਨੂੰ ਬਦਲ ਦੇਵੇਗਾ ਤੇ ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚ ਅਜਿਹੀਆਂ ਨੇ ਜਿਨ੍ਹਾਂ ਦੀ ਐਕਚੁਅਲੀ ਬੜੀ ਸਖਤ ਲੋੜ ਸੀ ਐਂਡ ਵੀ ਹੈਵ ਮੇਡ ਅ ਗ੍ਰੇਟ ਡਿਲੇ। ਔਰ ਜਿਹੜਾ ਡਰ ਸੀ ਲੋਕਾਂ ਨੂੰ ਕਿ ਜੀ ਸੈਫਰਨਾਈਜੇਸ਼ਨ ਹੋਵੇਗੀ, ਕੁਝ ਹੋਵੇਗਾ, ਅਜਿਹਾ ਤਾਂ ਕੁਝ ਵੀ ਨਹੀਂ ਇਹਦੇ ਵਿੱਚ ਜਾਪਦਾ। ਮੈਂ ਥੋੜਾ ਜਿਹਾ ਤੁਹਾਡੇ ਨਾਲ ਮਤਭੇਦ ਰੱਖਦਾ ਇਸ ਗੱਲ ਸ਼ੋਰ ਤੇ। ਜੀ ਸ਼ੋਰ। ਇੱਕ ਤਾਂ ਜਿਹੜੀਆਂ ਇਹ ਸਟਰਕਚਰਸ ਪੁਰਾਣੀਆਂ ਸੀ ਨਾ ਜੀ, ਉਹਨਾਂ ਨੂੰ ਤੋੜਨਾ ਆਪਣੇ ਆਪ 'ਚ ਕੋਈ ਪ੍ਰਾਪਤੀ ਨਹੀਂ ਹੈ। ਉਹ ਰਾਦਰ ਸਗੋਂ ਮੇਰੀ ਰਾਏ ਇਹ ਹੈ ਕਿ ਇਹਦੇ ਨਾਲ ਐਕਸਟ੍ਰੀਮ ਸੈਂਟਰਲਾਈਜੇਸ਼ਨ ਹੋਏਗੀ, ਕਿਉਂਕਿ ਇੱਕ ਕਮਿਸ਼ਨ ਬਣ ਰਿਹਾ। ਹਾਂ, ਜਿਹੜੀਆਂ ਪਹਿਲਾਂ ਬਾਡੀਜ਼ ਸੀਗੀਆਂ ਬਣੀਆਂ ਹੋਈਆਂ ਨਾ ਆਪਣੀਆਂ, ਉਹ ਉਹਦੇ 'ਚ ਵੱਡੇ ਪੱਧਰ ਤੇ ਕਈ ਉਹਨਾਂ ਦੀ ਆਟੋਨਮਸ ਸਟੇਟਸ ਸੀ ਜੀ। ਇੱਕ ਕਿਸਮ ਦਾ ਜਿਹੜੀ ਕਿ ਸਰਕਾਰ ਨੂੰ ਇੱਕ ਇੰਡੀਪੈਂਡੈਂਟ ਵੱਖਰੀ ਰਾਏ ਸੀ ਔਰ ਡਿਫਰੈਂਟ ਕਿਸਮ ਦੇ ਜਿਹੜੇ ਐਕਸਪਰਟਸ ਹੁੰਦੇ ਸੀ ਦੇ ਇੰਜੋਇਡ ਕੰਸੀਡਰੇਬਲ ਆਟੋਨਮੀ ਇਨਕਲੂਡਿੰਗ ਦੀ ਯੂਨੀਵਰਸਿਟੀ ਗ੍ਰਾਂਟਸ। ਜੀ ਜੀ। ਅੱਛਾ, ਜਿਹੜੀਆਂ ਹੁਣ ਇਹ ਸਟਰਕਚਰਸ ਬਣੀਆਂ ਨੇ ਉਹਦੇ 'ਚ ਪ੍ਰਧਾਨ ਮੰਤਰੀ ਜੀ ਔਰ ਜਿਹੜੀਆਂ ਐਜੂਕੇਸ਼ਨ ਮੰਤਰੀ ਜੀ ਹੋਣਗੇ, ਉਹ ਇੱਕ ਉਹਦੇ ਪ੍ਰਧਾਨ ਹੈ ਤੇ ਇੱਕ ਉਹਦੇ ਵਾਈਸ। ਚਲੋ ਇਹ ਕੇਵਲ ਖਦਸ਼ਾ ਆਪਣੇ ਕੋਲ ਅਜੇ ਇਹਦਾ ਕੋਈ ਇੰਪੀਰੀਕਲ ਨਹੀਂ ਹੈਗਾ ਐਵੀਡੈਂਸ। ਉਹ ਕਲੀਅਰ ਹੀ ਹੈਗਾ, ਕਲੀਅਰ ਹੈਗਾ ਕਿ ਦੀ ਐਕਸਟ੍ਰੀਮ ਸੈਂਟਰਲਾਈਜੇਸ਼ਨ ਹੋਏਗੀ। ਇਹਦਾ ਦੂਸਰਾ ਇੰਪੈਕਟ ਇਹ ਵੀ ਪਏਗਾ ਕਿ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਸਟੇਟਸ ਨੇ ਕਰਨੀਆਂ ਸੀ ਉਹ ਸਟੇਟਸ ਕੋਲੇ ਦੀ ਬਜਾਏ ਸੈਂਟਰ 'ਚ ਜਾ ਰਹੀਆਂ ਨੇ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਜਿਵੇਂ ਕਾਲਜਸ ਬਣਨੇ ਆ। ਕਾਲਜ ਅੱਗੇ ਅਸੀਂ ਅਫੀਲੀਏਟ ਕਰਦੇ ਸੀ ਯੂਨੀਵਰਸਿਟੀਆਂ ਸਾਡੀਆਂ, ਹੁਣ ਉਹ ਯੂਨੀਵਰਸਿਟੀਆਂ ਕਾਲਜਾਂ ਨੂੰ ਅਫੀਲੀਏਟ ਨਹੀਂ ਕਰਨਗੀਆਂ ਰਿਸਪੈਕਟਿਵ ਏਰੀਆ ਦੀਆਂ। ਉਹਨਾਂ ਦੇ ਉੱਪਰ ਕੋਈ ਬਾਡੀ ਹੋਏਗੀ, ਉਹ ਤੁਸੀਂ ਬਾਡੀ ਕੋਈ ਮਾਪਦੰਡ ਆਪਣੇ ਰੱਖੇਗੀ ਤੇ ਤੁਸੀਂ ਉਹ ਮਾਪਦੰਡਾਂ ਮੁਤਾਬਕ ਉੱਥੋਂ ਹੀ ਪਰਮਿਸ਼ਨ ਲਓਗੇ ਔਰ 5 ਸਾਲਾਂ 'ਚ ਤੁਸੀਂ ਐਕ੍ਰੈਡਿਟੇਸ਼ਨ ਪੁੱਛ ਨਹੀਂ ਕਰੋਗੇ। ਸੋ ਇਸ ਕਰਕੇ ਜਿਹੜਾ ਕਾਲਜ ਖੁੱਲਣਾ ਜਾਂ ਨਹੀਂ ਖੁੱਲਣਾ ਉਹ ਸੈਂਟਰ 'ਚ ਹੋਏਗਾ, ਨਾ ਕਿ ਉਹ ਸਟੇਟਸ ਵਿੱਚੋਂ ਮਤਲਬ ਹੋਏਗਾ। ਇਹ ਵੀ ਮੇਰੇ ਖਿਆਲ 'ਚ ਕੋਈ ਬਹੁਤ ਅੱਛਾ ਸਿਲਸਿਲਾ ਮਤਲਬ ਨਹੀਂ ਹੈਗਾ। ਓਕੇ ਪ੍ਰੋਫੈਸਰ ਅਰਵਿੰਦ, ਤੁਹਾਨੂੰ ਲੱਗਦਾ ਹੈ ਜ਼ਿਆਦਾ ਸੈਂਟਰਲਾਈਜੇਸ਼ਨ ਹੋਏਗੀ? ਜਿਹੜਾ ਇੱਕ ਬੀਜੇਪੀ ਸਰਕਾਰ ਦੇ ਡੀਐਨਏ ਵਿੱਚ ਲੋਕਾਂ ਨੂੰ ਲੱਗਦਾ ਸੀ ਕਿ ਬੜੀ ਸਟਰੋਂਗ ਸੈਫਰਨ ਜਿਹਾ ਕਲਰ ਹੋ ਜਾਏਗਾ ਸਕੂਲ ਸਿਸਟਮ ਦਾ, ਤਾਂ ਉਹਨਾਂ ਨੇ ਲਾਰਜਲੀ ਨੈਸ਼ਨਲ ਕਿਊਰੀਕੁਲਮ ਸੀ ਜਿਹੜਾ 2005 ਵਾਲਾ, ਉਸ ਨੂੰ ਨਹੀਂ ਛੇੜਿਆ। ਸੈਕੰਡਲੀ, ਇਹ ਲੋਕਾਂ ਨੂੰ ਨਹੀਂ ਜਾਪਦਾ ਸੀ ਕਿ ਭਾਰਤੀ ਜਨਤਾ ਪਾਰਟੀ ਦੀ 303 ਐਮਪੀਜ਼ ਵਾਲੀ ਸਰਕਾਰ ਦੇ ਡੀਐਨਏ ਵਿੱਚ ਅਜਿਹਾ ਵੀ ਹੋ ਸਕਦਾ ਹੈ ਕਿ ਲਿਬਰਲ ਐਜੂਕੇਸ਼ਨ ਤਮਾਮ ਕਿਸਮ ਦੀ ਐਜੂਕੇਸ਼ਨ ਦਾ ਹਿੱਸਾ ਬਣਾ ਦਿੱਤੀ ਜਾਵੇ। ਮੁੰਡਾ MBBS ਪੜ੍ਹ ਰਿਹਾ ਹੋਵੇ, ਇੰਜੀਨੀਅਰਿੰਗ ਪੜ੍ਹ ਰਿਹਾ ਹੋਵੇ, ਤਾਂ ਵੀ ਉਹਨੂੰ ਹਿਊਮੈਨਿਟੀਜ਼ ਬਾਰੇ ਪਤਾ ਹੋਵੇ। ਇਹ ਨਹੀਂ ਕਿ ਉਹ ਸ਼ੈਕਸਪੀਅਰ ਪੜ੍ਹੇਗਾ ਹੀ ਨਹੀਂ ਤੇ ਕੇਵਲ ਹਿਊਮਨ ਐਨਾਟਮੀ ਪੜ੍ਹੇਗਾ। ਤੁਹਾਨੂੰ ਇਹਨਾਂ ਚੀਜ਼ਾਂ ਤੋਂ ਤਰਵਾਸ ਨਹੀਂ ਮਿਲਦਾ ਕਿ ਜਿਸ ਕਿਸਮ ਦੇ ਖਦਸ਼ੇ ਸੀ ਉਹ ਇਹਦੇ ਵਿੱਚ ਨਹੀਂ ਆਏ? ਕ੍ਰਿਟਿਸਿਜ਼ਮ ਤਾਂ ਕਈ ਪੁਆਇੰਟਸ ਤੋਂ ਹੋ ਸਕਦਾ। ਕੋ ਪਹਿਲੀ ਗੱਲ ਇਹ ਹੈ ਕਿ ਇਹ ਗੱਲ ਤੇ ਮੁੱਖ ਤੌਰ ਤੇ ਠੀਕ ਹੈ ਕਿ ਸਿੱਧੇ ਤੌਰ ਤੇ ਇਹਦੇ ਵਿੱਚ ਉਸ ਤਰ੍ਹਾਂ ਦਾ ਏਜੰਡਾ ਸਾਹਮਣੇ ਨਹੀਂ ਆਇਆ, ਪਰ ਸਿੱਧੇ ਤੌਰ ਤੇ ਉਹ ਵੀ ਹੈ। ਜਿਹੜੀ ਲਿਬਰਲ ਐਜੂਕੇਸ਼ਨ ਦੀ ਇੰਟਰਪ੍ਰੀਟੇਸ਼ਨ ਹੈ ਇਸ ਪਾਲਿਸੀ 'ਚ, ਉਹ ਬਹੁਤ ਹੀ ਸਾਡਾ ਜਿਹੜਾ ਪਿਛਲੀ ਗਲੋਰੀਅਸ ਹੈਰੀਟੇਜ ਪੁਰਾਤਨ ਭਾਰਤ ਨਾਲ ਜੋੜਨ ਦੀ ਜਿਹੜੀ ਗੱਲ ਹੈ, ਉਹ ਕਮ ਸੇ ਕਮ 50 ਵਾਰ ਇਸ ਪਾਲਿਸੀ 'ਚ ਆਉਂਦੀ ਹੈ। ਔਰ ਪੁਰਾਤਨ ਭਾਰਤ ਨਾਲ ਜੁੜਨ ਦੇ ਪਹਿਲੋਂ ਜਿਹੜੇ ਤਰੀਕੇ ਗੱਲ ਉਹ ਦੱਸਦੇ ਆ ਉਹ ਤੇ ਬੜੇ ਖੁੱਲੇ ਲੱਗਦੇ ਆ, ਫਿਰ ਉਹ ਗੱਲ ਉਹੀ ਵੇਦਾਂ ਤੇ ਸੰਸਕ੍ਰਿਤ ਤੇ ਆਯੁਰਵੇਦ ਤੇ ਆ ਜਾਂਦੀ ਹੈ। ਜੀ ਜੀ। ਔਰ ਉਹ ਬਾਰ-ਬਾਰ ਦੱਸਿਆ ਗਿਆ ਹੈ ਕਿ ਪਹਿਲੋਂ ਸਾਡੇ ਕੀ ਸੀ, ਉਹਦੇ ਨਾਲ ਜੋੜਨਾ। ਨਰੰਦਾ ਯੂਨੀਵਰਸਿਟੀ ਦੇ ਮਾਡਲ ਤੇ ਸਾਰੀਆਂ ਯੂਨੀਵਰਸਿਟੀਆਂ ਬਣਾਉਣੀਆਂ ਨਵੀਆਂ। ਸੁਪਰ ਭਾਰਤੀਪਨ ਹੈ ਨਾ ਉਹਦੇ ਵਿੱਚ, ਸੁਪਰ ਭਾਰਤੀਪਨ। ਇਸ ਕਰਕੇ ਉਸ ਤਰੀਕੇ ਨਾਲ ਇਹ ਉਸ ਏਜੰਡੇ ਨਾਲ ਜੁੜਦੀ ਹੈ। ਓਕੇ, ਭਾਸ਼ਾ ਦੀ ਅਸੀਂ ਗੱਲ ਕਰ ਲਈਏ, ਗੱਲ ਉਹ ਪੁਰਾਣੀਆਂ ਕਲਾਸਿਕ ਭਾਰਤੀ ਭਾਸ਼ਾਵਾਂ ਦੀ ਗੱਲ ਕਰੀ ਜਾਂਦੇ ਆ। ਬੜੀ ਵਧੀਆ ਸੰਸਕ੍ਰਿਤ, ਪਾਲੀ, ਪ੍ਰਾਕ੍ਰਿਤ, ਸੰਸਕ੍ਰਿਤ, ਫਾਰਸੀ। ਜੀ ਵੇਖੋ, ਗੱਲ ਸਿੰਪਲ ਜੀ ਹੈ, ਕੁਝ ਗਲਤ ਨਹੀਂ ਹੈ ਜੀ, ਪਰ ਜਿਹੜੀਆਂ 14 ਬੋਲੀਆਂ ਨੋਟ ਤੇ ਲਿਖੀਆਂ ਨੇ ਉਹਨਾਂ ਨੂੰ ਅੱਗੇ ਲਿਆਉਣਾ ਜ਼ਿਆਦਾ ਜ਼ਰੂਰੀ ਹੈ। ਪੰਜਾਬ ਨੈਸ਼ਨਲ ਲੈਂਗੁਏਜਸ ਜੀ। ਫਾਰਸੀ ਕਿੰਨੇ ਕੁ ਲੋਕ ਬੋਲਦੇ ਆ ਭਾਰਤ 'ਚ? ਕੋਈ ਨਹੀਂ, ਪਿੱਛੇ ਰਹਿ ਗਈਆਂ ਨੇ, ਅੱਗੇ ਆ ਜਾਣਗੀਆਂ। ਹਾਂਜੀ, ਪਾਲੀ ਪ੍ਰਾਕ੍ਰਿਤ ਤੇ ਕੋਈ ਵੈਸੇ ਨਹੀਂ ਅੱਜਕੱਲ ਵਰਤਦਾ। ਇਹ ਜਿਸ ਦਿਨ ਰਿਜ਼ਲਟ ਆਇਆ ਸੀ 303 ਵਾਲੇ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਸੀ ਇਹ ਭਾਸ਼ਾਵਾਂ ਤਰੱਕੀ ਕਰਨਗੀਆਂ। ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਵੀ ਉਹ ਚੀਜ਼ਾਂ ਵਿੱਚ ਨਹੀਂ ਹੈਗੀਆਂ, ਉਹ ਸਾਰੇ ਕੰਪੋਨੈਂਟ ਵਿੱਚ ਹੈਗੇ ਨੇ। ਦੂਸਰੀ ਗੱਲ ਜਿਹੜੀ ਹੈ, ਜਿਹੜੀ ਗੱਲ ਹਿਡਨ ਤੌਰ ਤੇ ਵਿੱਚ ਹੈ, ਜਿਹਦੀ ਗੱਲ ਪਰਦਾਦਾਰੀ ਦੀ ਗੱਲ ਪੁਰੀ ਸਾਹਿਬ ਨੇ ਕੀਤੀ ਸੀ, ਉਹ ਇਹ ਹੈ ਵੀ ਨਿੱਜੀਕਰਨ ਵੱਲ ਜਾਏਗਾ ਕੰਮ। ਕਿਉਂਕਿ 5000 ਬੱਚੇ ਵਾਲੀਆਂ ਯੂਨੀਵਰਸਿਟੀਆਂ ਜਿਹੜੀਆਂ ਬਣਨੀਆਂ ਨੇ, ਉਹ ਇਹ ਤੁਸੀਂ ਥੋੜਾ ਜਿਹਾ ਦੱਸ ਦਿਓ ਪਹਿਲਾਂ ਦਰਸ਼ਕਾਂ ਨੂੰ ਕਿ ਯੂਨੀਵਰਸਿਟੀਆਂ ਨੂੰ ਉਹਨਾਂ ਨੇ 3 ਹਿੱਸਿਆਂ ਵਿੱਚ ਵੰਡਿਆ। 3 ਹਿੱਸਿਆਂ 'ਚ ਉਹਨਾਂ ਨੇ ਰੱਖਿਆ ਹੈ, ਟਾਇਰ 1, ਟਾਇਰ 2, ਟਾਇਰ 3 ਕਰਕੇ। ਫਸਟ ਜਿਹੜੀਆਂ ਰਿਸਰਚ ਯੂਨੀਵਰਸਿਟੀਆਂ ਹੋਣਗੀਆਂ, ਫਿਰ ਪੜਾਉਣ ਵਾਲੀਆਂ ਯੂਨੀਵਰਸਿਟੀਆਂ ਹੋਣਗੀਆਂ, ਫਿਰ ਇਸ ਤਰ੍ਹਾਂ ਕਰਕੇ ਕਾਲਜ ਹੋਣਗੇ। ਔਰ ਉਹਨਾਂ ਦੀ ਜਿਹੜੀ ਨੌਇਅਤ ਉਹਨਾਂ ਨੇ ਸਾਹਮਣੇ ਲਿਆਂਦੀ ਹੈ, ਉਹ ਸਾਫ਼ ਦਿਸ ਰਿਹਾ ਹੈ ਕਿ ਜਿਹੜੇ ਨਿੱਜੀ ਅਦਾਰੇ ਹੁਣ ਖੁੱਲ ਰਹੇ ਆ, ਇਹ ਪਿਛਲੇ ਜਿਹੜੇ ਕਾਲਜ ਉਹ ਬੰਦ ਹੋ ਜਾਣਗੇ। ਜਿਹਦੇ ਕੋਲ 1000-2000 ਬੱਚਾ ਉਹ ਤੇ ਕਰ ਨਹੀਂ ਸਕੇਗਾ। 1000-2000 ਬੱਚਿਆਂ ਵਾਲੇ ਕਾਲਜ ਦੀ ਦੁਕਾਨ ਬੰਦ ਕਰਕੇ 2000 ਮਿਨੀਮਮ ਚਾਹੀਦਾ, ਮਿਨੀਮਮ 2000 ਬੱਚਾ ਚਾਹੀਦਾ। ਜੇ ਤੁਹਾਡੇ ਕਾਲਜ 1200 ਬੱਚਾ ਪੜਦਾ ਹੈ, ਗੱਲ ਇਹ ਨਿੱਜੀਕਰਨ ਵੱਲ ਨੂੰ ਜਾਏਗਾ। ਜਸਵੰਤ ਸਿੰਘ ਕਮਲ ਅਰਾਂ ਦਾ 101ਵਾਂ ਜਨਮ ਦਿਨ ਮਨਾਇਆ ਜਾ ਰਿਹਾ ਹੈ।
ਢੁੱਡੀਕੇ ਦਾ ਸਰਕਾਰੀ ਕਾਲਜ ਢੁੱਡੀਕੇ ਦਾ, ਜਿੱਥੇ ਬਲਰਾਜ ਸਾਹਨੀ ਵਰਗੇ ਲੋਕ ਲੈਕਚਰ ਕਰਦੇ ਰਹੇ, ਪ੍ਰਿੰਸੀਪਲ ਸਰਵਨ ਸਿੰਘ ਵਰਗੇ ਲੋਕ ਪ੍ਰਿੰਸੀਪਲ ਸੁਜਾਨ ਸਿੰਘ ਜਿਨ੍ਹਾਂ ਨਾਲ ਤੁਹਾਡਾ ਇੱਕ ਜ਼ਾਤੀ ਨਾਤਾ ਵੀ ਹੈ, ਉਹ ਪ੍ਰਿੰਸੀਪਲ ਰਹੇ, ਉਹ ਕਾਲਜ ਹੁਣ ਆਪਣੇ ਆਪ ਨੂੰ ਬੰਦ ਸਮਝੇ। ਬਿਲਕੁਲ। ਅਗਲੀ ਗੱਲ ਇਹ ਹੈ ਵੀ ਜਿਹੜੀਆਂ ਸਾਡੀਆਂ ਸੰਸਥਾਵਾਂ ਹੈਗੀਆਂ ਨੇ, ਮਤਲਬ ਇਹ ਮੈਂ ਕਹਿੰਦਾ ਵੀ ਇਹ ਪਾਲਿਸੀ ਹਵਾ 'ਚ ਹੈ, ਇਹ ਥੱਲਿਓਂ ਤੁਰਦੀ ਨਹੀਂ, ਇਹ ਉਹਨਾਂ ਨਾਲ ਜੁੜਦੀ ਨਹੀਂ ਵੀ ਹੋ ਕੀ ਰਿਹਾ ਹੈ, ਤੁਹਾਨੂੰ ਅੱਗੇ ਕਿਵੇਂ ਖੜਾ। ਤੁਸੀਂ ਇਹ ਖੁਸ਼ੀ ਨਹੀਂ ਮਨਾ ਰਹੇ ਕਿ 100 ਫੁੱਲੀ ਰੈਜ਼ੀਡੈਂਸ਼ੀਅਲ ਯੂਨੀਵਰਸਿਟੀਜ਼ ਨਾਲੰਦਾ ਦੇ ਲਾਈਨਸ ਤੇ ਬਣਨਗੀਆਂ? ਇਹ ਤਾਂ ਕਹਿਣ ਦੀਆਂ ਗੱਲਾਂ ਨੇ ਨਾ। 500 ਬਣਨਗੀਆਂ ਤਕਸ਼ਿਲਾ ਯੂਨੀਵਰਸਿਟੀ। ਸ਼ੁਰੂ ਉੱਥੋਂ ਕਰੀਏ ਜਿੱਥੇ ਅਸੀਂ ਖਲੋਤੇ ਹਾਂ। ਇੱਕ ਪਾਸੇ ਅਸੀਂ ਕਹਿੰਦੇ ਕਿ 1000 ਸੌਰੀ ਜੀ 100 ਨਹੀਂ 1000। ਮਤਲਬ ਇਹ ਗੱਲ ਤੇ ਬੜੀ ਅੱਛੀ ਹੈ ਜਿਹੜੀ ਤੁਸੀਂ ਵੀ ਗੱਲ ਕੀਤੀ ਨਾ ਵੀ ਜਿਹੜਾ ਬੰਦਾ ਡਾਕਟਰ ਬਣੇਗਾ ਉਹ ਬਾਕੀ ਚੀਜ਼ਾਂ ਵੀ ਪੜ੍ਹੇ। ਬਿਲਕੁਲ ਬਿਲਕੁਲ। ਪਰ ਜੇ ਮੈਡੀਕਲ ਕਾਲਜ ਨੂੰ ਬੰਦ ਕਰਕੇ ਨਵੇਂ ਯੂਨੀਵਰਸਿਟੀਆਂ 'ਚ ਖੋਲਣੇ ਆ ਤਾਂ ਉਹ ਇੰਪ੍ਰੈਕਟੀਕਲ ਗੱਲ ਹੈ। ਉਹਦੇ ਕਰਿਕੂਲਮ 'ਚ ਉਹਦੇ ਸਬਜੈਕਟਸ 'ਚ ਆਪਾਂ ਹੇਰ-ਫੇਰ ਕਰ ਸਕਦੇ ਹਾਂ। ਇਹ ਜਿਹੜੀ ਗੱਲ ਵੀ ਉਹ ਬੰਦ ਹੋ ਜਾਣਗੇ ਕਰ ਦੇਣਗੇ, ਇਹ ਗੱਲਾਂ ਬਿਲਕੁਲ ਹਵਾ 'ਚ ਨੇ ਔਰ ਇਹ ਹੋਣ ਵਾਲੀਆਂ ਨੇ। ਇੱਕ ਨਾ ਮੈਂ ਗੱਲ ਇਹਨਾਂ ਨਾਲ ਜੋੜਨੀ ਚਾਹੁੰਦਾ, ਤੁਸੀਂ ਕਿਹਾ ਹੈ ਕਿ ਵੀ ਜਿਹੜੇ ਸਾਡੇ ਖਤਰੇ ਨੇ, ਖਦਸ਼ੇ ਨੇ, ਉਹ ਹੁਣ ਗਲਤ ਸਾਬਤ ਹੋ ਗਏ, ਪਰ ਮੈਂ ਇੱਕ ਤੁਹਾਨੂੰ ਕਹਿਣਾ ਚਾਹੁੰਦਾ ਕਿ ਵੀ ਇਹਨਾਂ ਨੇ ਵੈਲਿਊਜ਼ ਦੀ ਗੱਲ ਕੀਤੀ, ਇੰਡੀਅਨ ਰੂਟਡਨੈਸ ਦੀ ਗੱਲ ਕੀਤੀ, ਸਾਰੀ ਕੀਤੀ, ਕਨਸਟੀਟਿਊਸ਼ਨ ਦੀ ਵੈਲਿਊਜ਼ ਦੀ ਗੱਲ ਕੀਤੀ, ਤੇ ਦੋ ਸ਼ਬਦ ਇਹਨੇ ਸਮਾਰਟਲੀ ਬਾਹਰ ਕੱਢ ਦਿੱਤੇ, ਇੱਕ ਸੈਕੂਲਰਿਜ਼ਮ ਤੇ ਇੱਕ ਸੋਸ਼ਲਿਜ਼ਮ। ਉਹਨਾਂ ਦਾ ਕਿਤੇ ਜ਼ਿਕਰ ਨਹੀਂ ਆਇਆ। ਸੋਸ਼ਲਿਜ਼ਮ ਦੀ ਜਗ੍ਹਾ ਕਰਤਾ ਸੋਸ਼ਲ ਕੌਨਸ਼ੀਅਸਨੈਸ ਤੇ ਸੈਕੂਲਰਿਜ਼ਮ ਕੱਢਤਾ, ਤੇ ਇਹ ਸ਼ਾਇਦ ਥੋੜੀ ਲੜਾਈ ਦਾ ਕੰਟੈਂਟ ਵੀ ਹੈ, ਥੋੜੀ ਲੜਾਈ ਸਿਮੈਂਟਿਕ ਵੀ ਹੈ, ਤੇ ਗੱਲ ਕਰਾਂਗੇ। ਪਰ ਡਾਕਟਰ ਕੁਲਦੀਪ ਸਿੰਘ ਜੀ, ਇਹ ਤੁਸੀਂ ਬਕਾਇਦਾ ਇਹਦਾ ਜ਼ਿਕਰ ਕੀਤਾ, ਮੈਂ ਤੁਹਾਡਾ ਆਰਟੀਕਲ ਦੇਖ ਰਿਹਾ ਸੀ ਪੰਜਾਬੀ ਟ੍ਰਿਬਿਊਨ ਦੇ ਵਿੱਚ, ਤੁਸੀਂ ਜਿਹੜਾ 20 ਜੂਨ ਨੂੰ ਤੁਹਾਡਾ ਪੀਸ ਛਪਿਆ ਹੈ, ਤੁਸੀਂ ਉਹਦੇ 'ਚ ਕਿਹਾ ਹੈ ਕਿ ਗੁਰੂਕੁਲ ਪਾਠਸ਼ਾਲਾ ਮਦਰਸਿਆਂ ਤੇ ਘਰ ਬਹਿ ਕੇ ਪੜ੍ਹਨ ਦੇ ਮਾਡਲਾਂ ਬਾਰੇ ਜਿਹੜੀਆਂ ਤਸਵੀਰਾਂ ਪੇਸ਼ ਕੀਤੀਆਂ ਗਈਆਂ ਨੇ, ਰਾਸ਼ਟਰੀ ਸਵੈਮ ਸੇਵਕ ਦੁਆਰਾ ਇੱਕ ਅਧਿਆਪਕੀ ਏਕਲ ਵਿਦਿਆਲੇ ਜਿਹੜੇ ਕਬਾਇਲੀ ਇਲਾਕਿਆਂ ਵਿੱਚ ਚਲਾਏ ਜਾ ਰਹੇ ਨੇ, ਇਹਨਾਂ ਨੂੰ ਮਾਡਲ ਵਜੋਂ ਪੇਸ਼ ਕੀਤਾ ਗਿਆ ਹੈ। ਫਸਟ, ਵਾਟ ਇਜ਼ ਰੋਂਗ ਵਿਦ ਦੈਟ? ਤੁਸੀਂ ਇੱਕ ਅਧਿਆਪਕ ਦੇ ਨਾਲ ਕਈ ਮਲਟੀ ਸਬਜੈਕਟ ਸਕੂਲ ਵੀ ਚਲਾਉਂਦੇ ਰਹੇ ਨੇ, ਉਸ ਕਿਸਮ ਦੇ ਸਕੂਲ ਹੁਣ ਨਹੀਂ ਚੱਲਣਗੇ। ਜਿਹੜੇ ਸਕੂਲ ਇਕਨੋਮਿਕਲੀ ਵਾਇਬਲ ਨਹੀਂ, ਉਹ ਬੰਦ ਕਰ ਦਿੱਤੇ ਜਾਣਗੇ। ਜ਼ਿਆਦਾ ਬੱਚਿਆਂ ਨੂੰ ਕਲਾਵੇ ਵਿੱਚ ਲਿਆ ਜਾਵੇਗਾ। ਤੁਹਾਡਾ ਪੁਰਾਣਾ ਰਾਈਟ ਟੂ ਐਜੂਕੇਸ਼ਨ ਐਕਟ 6 ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ਕਲਾਵੇ 'ਚ ਲੈਂਦਾ ਸੀ, ਇਹ 3 ਸਾਲ ਤੋਂ ਲੈ ਕੇ 18 ਸਾਲ ਤੱਕ ਦੇ ਬੱਚਿਆਂ ਨੂੰ ਕਲਾਵੇ ਵਿੱਚ ਲਏਗਾ। ਤੇ ਸੈਕੰਡਲੀ, ਜਿਹੜੀ ਚੇਂਜ ਕੀਤੀ ਜਾ ਰਹੀ ਹੈ ਸਕੂਲ ਦੀ ਸਟਰਕਚਰ ਦੇ ਵਿੱਚ ਕਿ ਉਹ 5+3+3+4 ਬਣੇਗਾ। ਅਸੀਂ ਦੁਬਾਰਾ ਆਫ ਕੋਰਸ ਦਰਸ਼ਕਾਂ ਨੂੰ ਇਹ ਖੁੱਲ ਕੇ ਸਮਝਾਓ ਵੀ ਕਿ 5+3+3+4 ਕੀ ਹੋਵੇਗਾ। ਉਹਦਾ ਇਹ ਆ ਵੀ ਸਿਸਟਮ 'ਚ ਪਹਿਲਾਂ ਬੇਸਿਕਲੀ ਇਹਨਾਂ ਨੇ ਨਾ ਜਿਹੜੀਆਂ ਪੁਰਾਣੀਆਂ ਪਾਲਿਸੀ ਸੀ, 1986 ਦੀ ਪਾਲਿਸੀ ਸੀ ਕਿ ਜਿਹੜੇ ਬੱਚੇ 3 ਸਾਲ ਦੇ ਏਜ ਗਰੁੱਪ ਵਾਲੇ ਹੋਣਗੇ ਉਹਨਾਂ ਨੂੰ ਅਰਲੀ ਚਾਈਲਡ ਕੇਅਰ ਐਜੂਕੇਸ਼ਨ ਦੇ ਤੌਰ ਤੇ ਨਾਂ ਮੈਂਸ਼ਨ ਕੀਤਾ ਜਾਂਦਾ ਸੀ। ਉਹ 3 ਉਧਰਲੇ ਤੇ 2 ਜੋੜ ਕੇ ਪਹਿਲੀ ਤੇ ਦੂਜੀ ਗ੍ਰੇਡ ਵਾਲੇ। ਸੋ 50 ਸਾਲਾਂ 'ਚ ਬੱਚਾ ਦੂਜੀ ਕਲਾਸ ਤੱਕ ਪਹੁੰਚੇਗਾ, ਦੂਜੀ 'ਚ ਪਹੁੰਚੇ 6 ਤੱਕ, ਫਿਰ ਤੀਜੀ, ਚੌਥੀ, ਪੰਜਵੀਂ, ਫਿਰ 3 ਕਲਾਸਾਂ ਉਹ ਇਹ ਪ੍ਰਾਇਮਰੀ, ਫਿਰ 3 ਮਿਡਲ, 6ਵੀਂ 7ਵੀਂ 8ਵੀਂ ਮਿਡਲ ਹੋ ਗਿਆ। ਇਹਨਾਂ ਨੇ 9ਵੀਂ ਤੋਂ 8ਵੀਂ 9ਵੀਂ 10ਵੀਂ 11ਵੀਂ 12ਵੀਂ ਹੁਣ ਸਕੂਲ ਦਾ ਹਿੱਸਾ ਹੋਵੇਗਾ। ਸਕੂਲ ਦਾ ਇਹ 4 ਪਹਿਲਾਂ ਵੀ ਸੀ, ਇਹ 4 ਬਣਾਤੇ ਇਹਨਾਂ ਨੇ ਜੀ। ਹੁਣ ਇਹ ਜਿਹੜਾ ਪਹਿਲਾ ਸਟਰਕਚਰ ਚੱਲਦਾ ਸੀ 10+2 ਸੀ, ਉਹ ਸੀ ਬਹੁਤ ਚੇਂਜ ਆਈ ਹੈ। ਜਿਹੜਾ ਕਾਫੀ ਵਧੀਆ ਸਟਰਕਚਰ ਸੀ ਉਹ ਐਲੀਮੈਂਟਰੀ ਤੇ ਸੈਕੰਡਰੀ ਵਾਲਾ ਹੀ ਆ, ਪਹਿਲੀ ਤੋਂ 8ਵੀਂ, 9ਵੀਂ ਤੋਂ 12ਵੀਂ। ਇਹ ਕੋਠਾਰੀ ਕਮਿਸ਼ਨ ਨੇ ਇਹਦੇ ਤੇ ਬਹੁਤਾ ਜ਼ੋਰ ਦਿੱਤਾ ਸੀ ਕਾਮਨ ਸਕੂਲ ਸਿਸਟਮ ਦੇ ਤੌਰ ਤੇ। ਇਹਨਾਂ ਨੇ ਹੁਣ ਕਿਹਾ ਵੀ ਕਾਮਨ ਕੰਪਲੈਕਸ ਬਣਾਵਾਂਗੇ ਅਸੀਂ, ਸਾਰੇ ਸਕੂਲ ਜਿਹੜੇ ਨੇ ਉਹ ਕੰਪਲੈਕਸ ਬਣ ਜਾਣਗੇ, ਮਲਟੀ ਡਿਸਪਲਿਨਰੀ ਹੋਣਗੇ। ਪਹਿਲਾਂ ਹੀ ਮਲਟੀ ਡਿਸਪਲਿਨਰੀ ਆ ਸਾਰੇ ਸਕੂਲਸ, ਪਰ ਉਹਦੇ 'ਚ ਇਹਨਾਂ ਨੇ ਜਿਹੜਾ ਸਭ ਤੋਂ ਖਤਰਨਾਕ ਇਹ ਆ, ਇਹਨਾਂ ਨੇ ਕਾਮਨ ਕੰਪਲੈਕਸ ਦੀ ਤਾਂ ਗੱਲ ਕਰ ਲਈ ਹੈ। ਜਿਹੜਾ ਨੇਬਰਹੁੱਡ ਤੇ ਕਾਮਨ ਸਕੂਲ ਸਿਸਟਮ ਆ ਜਿਹੜਾ, ਜਿਹਦੇ ਲਈ ਚਾਹੇ ਆਰਟੀਸੀ ਚ ਉਹ ਤੋਂ ਪਹਿਲਾਂ ਦੀਆਂ ਜਿਹੜੀਆਂ ਪਾਲਿਸੀਆਂ ਸਾਰੀਆਂ ਕਹਿੰਦੀਆਂ ਸੀ, ਉਹਨੂੰ ਇਹਨਾਂ ਨੇ ਇਹਦੇ ਵਿੱਚੋਂ ਕਾਮਨ ਕੰਪਲੈਕਸ ਦੀ ਗੱਲ ਤਾਂ ਕੀਤੀ ਆ, ਪਰ ਜਿਹੜੇ ਉਹਨਾਂ ਦੇ ਸਟਰਕਚਰ ਦੇ ਲੈਵਲ ਤੇ ਇਕੱਠੇ ਕਿਵੇਂ ਚਲਾਊ, ਨੇਬਰਹੁੱਡ ਦਾ ਕਨਸੈਪਟ ਕਿਵੇਂ ਚਲਾਊ, ਇਹਦੇ ਪੈਰਲਰੀ ਇਹਨਾਂ ਨੇ ਜਿਹੜੀ ਪ੍ਰਾਈਵੇਟ ਸਕੂਲ ਨੇ, ਕਿਉਂਕਿ ਇਸ ਪਾਲਿਸੀ ਦਾ ਸਭ ਤੋਂ ਡੇਂਜਰਸ ਪੁਆਇੰਟ ਇਹ ਆ ਕਿ ਇਹਨਾਂ ਨੇ ਐਟ ਪਾਰ ਰੱਖਿਆ ਪ੍ਰਾਈਵੇਟ ਤੇ ਗਵਰਨਮੈਂਟ ਨੂੰ ਈਵਨ ਹਾਇਰ ਲੈਵਲ ਤੇ ਵੀ, ਕਿ ਉਹਨਾਂ ਨੂੰ ਇਕੁਅਲ ਰੈਕੋਗਨਾਈਜ਼ ਕੀਤਾ ਜਾਵੇ। ਜਾਨੀ ਜਿਹੜਾ ਕਾਮਨ ਸਕੂਲ ਦਾ ਕਨਸੈਪਟ ਸੀਗਾ, we'll also come to that ਕਿ ਕਿੱਥੇ ਇਹ ਜਿਹੜੀ ਨਵਾਂ ਖਰੜਾ ਹੈ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਦਾ, ਇਹਦੀ ਕਨਫਲਿਕਟ ਰਾਈਟ ਟੂ ਐਜੂਕੇਸ਼ਨ ਐਕਟ ਦੇ ਨਾਲ ਕਿੱਥੇ ਆਉਂਦੀ ਹੈ। ਉੱਥੇ ਇਹ ਆਉਂਦੀ ਆ ਜੀ, ਰਾਈਟ ਟੂ ਮੈਂ ਆਵਾਂਗਾ ਉਹਦੇ ਤੇ। ਆਪਾਂ ਬ੍ਰੇਕ ਲਈ ਰੁਕ ਰਹੇ ਹਾਂ ਕਿਉਂਕਿ ਥੋੜਾ ਜਿਹਾ ਡਿਟੇਲ ਦੇ ਵਿੱਚ ਇਹਦੀ ਗੱਲ ਕਰਨੀ ਪੈਗੀ। ਰਾਈਟ ਟੂ ਐਜੂਕੇਸ਼ਨ ਐਕਟ ਦੇ ਵਿੱਚ ਬਹੁਤ ਸਾਰੀਆਂ ਚੰਗੀਆਂ ਗੱਲਾਂ ਸੀ ਜਿਸ ਵੇਲੇ ਆਇਆ ਸੀਗਾ, ਤੇ ਲੋਕਾਂ ਨੇ ਬਹੁਤ ਸਵਾਗਤ ਕੀਤਾ ਸੀਗਾ ਕਿ ਭਾਈ ਹੁਣ ਅਤ ਗਰੀਬ ਦਾ ਬੱਚਾ ਸ਼ਹਿਰ ਦੇ ਸਭ ਤੋਂ ਮਹਿੰਗੇ ਸਕੂਲ ਦੇ ਵਿੱਚ ਵੀ ਫ੍ਰੀ ਵਿੱਚ ਪੜ੍ਹ ਸਕਦਾ ਹੈ ਤੇ ਉਹਦਾ ਖਰਚਾ ਸਾਰਾ ਸਰਕਾਰ ਦੇਵੇਗੀ। ਉਹਦੇ ਤੇ ਕੁਝ ਖਤਰਾ ਮੰਡਰਾਉਂਦਾ ਇਸ ਖਰੜੇ ਵਿੱਚ ਦਿਖਾਈ ਦੇ ਰਿਹਾ। ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ, ਬਟ ਵੀਲ ਡੂ ਦੈਟ ਆਫਟਰ ਦਾ ਬ੍ਰੇਕ।
ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਰਾਸ਼ਟਰੀ ਸਿੱਖਿਆ ਨੀਤੀ ਦਾ, ਜਿਹੜੀ ਤੁਹਾਡੇ ਸਕੂਲ, ਕਾਲਜ, ਯੂਨੀਵਰਸਿਟੀਆਂ ਨੂੰ ਕੰਪਲੀਟਲੀ ਬਦਲ ਦੇਵੇਗੀ। ਕਿਸ ਕਿਸਮ ਦੇ ਨਾਲ ਤੁਹਾਡੇ ਬੱਚੇ ਕੀ ਪੜ੍ਹਨ ਜਾਂਦੇ ਨੇ, ਉਹਨਾਂ ਨੂੰ ਕੀ ਪੜ੍ਹਾਇਆ ਜਾਂਦਾ ਹੈ, ਕਿਸ ਕਿਸਮ ਦੇ ਨਾਲ ਉਹ ਅਧਿਆਪਕ ਪੈਦਾ ਕੀਤੇ ਜਾਣਗੇ ਜਿਹੜੇ ਉਹਨਾਂ ਨੂੰ ਪੜ੍ਹਾਉਣਗੇ, ਤੇ ਉਹਨਾਂ ਦੇ ਵਿੱਚ ਸਹੂਲਤਾਂ ਕਿਹੜੇ ਨਿਯਮਾਂ ਦੇ ਥੱਲੇ ਹੋਣਗੀਆਂ, ਉਹਨਾਂ ਲਈ ਕਿਹੜੇ ਕਾਨੂੰਨ ਗਵਰਨ ਕਰਨਗੇ, ਸੁਪਰਵਾਈਜ਼ਰੀ ਬਾਡੀਜ਼ ਕੀ ਹੋਣਗੀਆਂ, ਇਹ ਸਭ ਕੁਝ ਬਦਲਿਆ ਜਾ ਰਿਹਾ ਹੈ। ਇਸ ਪਾਲਿਸੀ ਦੇ ਉੱਤੇ ਡਿਸਕਸ਼ਨ ਲਈ ਸਾਡੇ ਨਾਲ ਨੇ ਡਾਕਟਰ ਕੁਲਦੀਪ ਪੁਰੀ ਜੀ ਪੰਜਾਬ ਯੂਨੀਵਰਸਿਟੀ ਤੋਂ, ਪ੍ਰੋਫੈਸਰ ਅਰਵਿੰਦ ਡਾਇਰੈਕਟਰ ਆਈਸਰ ਮੋਹਾਲੀ, ਤਰਸੇਮ ਬਾਈਆ ਜੀ ਐਜੂਕੇਸ਼ਨ ਦੇ ਐਕਸਪਰਟ ਨੇ, ਅਤੇ ਡਾਕਟਰ ਕੁਲਦੀਪ ਸਿੰਘ ਜੀ। ਡਾਕਟਰ ਕੁਲਦੀਪ ਸਿੰਘ ਜੀ, ਤੁਸੀਂ ਸਕੂਲਾਂ ਦੇ ਬਾਰੇ ਗੱਲ 'ਚ ਮੈਂ ਵਾਧਾ ਕਰਨਾ ਚਾਹਾਂਗਾ ਜੀ, ਕੁਇਕਲੀ ਸ਼ੋਰ ਪਲੀਜ਼। ਉਹ ਇਹ ਹੈਗਾ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਗੱਲ ਕੀਤੀ ਹੈ ਨਾ, ਫਸਟ ਕਰੋ, ਇਸ ਪਾਲਿਸੀ ਨੇ ਇਹ ਗੱਲ ਰਿਕਗਨਾਈਜ਼ ਕੀਤੀ ਹੈ ਕਿ ਹਿੰਦੁਸਤਾਨ ਦੇ ਸਕੂਲਾਂ 'ਚ ਛੋਟੇ ਪੱਧਰ ਤੇ ਇੱਕ ਬਹੁਤ ਸੀਰੀਅਸ ਲਰਨਿੰਗ ਕ੍ਰਾਈਸਿਸ ਹੈ। ਇਹ ਇਹਨਾਂ ਨੇ ਰਿਕਗਨਾਈਜ਼ ਅਸਰ ਦੀਆਂ ਰਿਪੋਰਟਾਂ ਦੇ ਆਧਾਰ ਤੇ ਕੀਤਾ ਉਹ ਕੀਤਾ ਇਹਨਾਂ ਨੇ, ਲਰਨਿੰਗ ਕ੍ਰਾਈਸਿਸ ਹੈ। ਔਰ ਸਗੋਂ ਇਹ ਵੀ ਕਿਹਾ ਕਿ ਇਸ ਵੇਲੇ 5 ਕਰੋੜ ਬੱਚੇ ਤੇ 10 ਸਾਲਾਂ 'ਚ 10 ਕਰੋੜ ਬੱਚੇ ਉਹ ਹੋ ਜਾਣਗੇ ਜਿਹੜੇ ਇਸ ਲਰਨਿੰਗ ਕ੍ਰਾਈਸਿਸ ਦਾ ਸ਼ਿਕਾਰ ਹੋਣਗੇ। ਔਰ ਉਹ ਇਜ਼ ਦੈਟ ਨਾਟ ਟਰੂ ਕਿ ਆਈਸਰ ਦੀਆਂ ਰਿਪੋਰਟਾਂ ਭਾਵੇਂ ਕਿੰਨੀ ਵੀ ਉਹਨਾਂ ਦੀ ਤਨਕੀਦ ਕੀਤੀ ਜਾਵੇ ਕਿ ਦੇਖੋ ਜੀ ਪ੍ਰਾਈਵੇਟ ਅਦਾਰਾ ਹੈ, ਪ੍ਰਥਮ NGO ਹੈ ਜਿਹੜੀ ਇਹ ਰਿਪੋਰਟ ਕਰਦੀ ਹੈ, ਉਹਦੇ ਤੇ ਬਹੁਤ ਸਾਰੇ ਸ਼ੱਕ ਨੇ। NCERT ਦੇ ਕੋਲ ਆਪਣਾ ਡਾਟਾ ਵੀ ਹੈ ਆਊਟਕਮਸ ਮੈਜ਼ਰ ਕਰਨ ਦਾ, ਜਿਹੜਾ ਉਹਨਾਂ ਦਾ ਨੈਸ਼ਨਲ ਟੈਲੈਂਟ ਸਰਚ ਦਾ ਸਿਸਟਮ ਹੈ। ਮੈਂ ਕਹਿਣਾ ਚਾਹੁੰਦਾ ਸਾਰਿਆਂ ਦੇ ਵਿੱਚ ਹੀ ਮੈਂ ਕਹਿਣਾ ਚਾਹੁੰਦਾ ਕਿ ਇਹਦਾ ਸੋਲੂਸ਼ਨ ਕੀ ਦੇ ਰਹੀ ਹੈ ਪਾਲਿਸੀ। ਕਿ ਯੂ ਹੈਵ, ਤੁਸੀਂ ਪਹਿਲਾਂ ਪ੍ਰੋਬਲਮ ਇਹ ਮੰਨਦੇ ਹੋ ਕਿ ਸਕੂਲਾਂ ਦੇ ਵਿੱਚ ਜਿਹੜੀ ਪੜ੍ਹਾਈ ਕੀਤੀ ਜਾ ਰਹੀ ਸੀ, ਇਹ ਠੀਕ ਗੱਲ ਹੈ ਕਿ 6ਵੀਂ ਦਾ ਬੱਚਾ ਦੂਜੀ ਦੀ ਕਿਤਾਬ ਨਹੀਂ ਪੜ੍ਹ ਸਕਦਾ, 8ਵੀਂ ਦਾ ਬੱਚਾ ਤੀਜੀ ਦੀ ਕਿਤਾਬ ਨਹੀਂ ਪੜ੍ਹ ਰਿਹਾ, ਬੇਸਿਕ ਮੈਥਸ, ਬੇਸਿਕ ਲੈਂਗੁਏਜ, ਬੇਸਿਕ ਕੰਪਰੀਹੈਂਸ਼ਨ ਟੀਚਰ ਨਹੀਂ ਸਿਖਾ ਪਾ ਰਹੇ, ਤੇ ਕਿਤੇ ਤੜਫੇ ਹੋਏ ਟੀਚਰ ਚੌਂਕਾਂ ਵਿੱਚ ਆ ਕੇ ਨਹੀਂ ਬੈਠੇ ਕਿ ਸਾਥੋਂ ਪੜਾਇਆ ਨਹੀਂ ਜਾ ਰਿਹਾ। ਉਹਦੇ ਤੇ ਪਾਲਿਸੀ ਨੇ ਉਸ ਨਾਲ ਗੱਲ ਨਾਲ ਇੰਗੇਜ ਹੀ ਨਹੀਂ ਕੀਤਾ। ਇਹ ਜਿਹੜੀ ਇਹਨਾਂ ਨੇ 3 ਸਾਲ ਦੇ ਬੱਚੇ ਨੂੰ ਪੜਾਉਣ ਦੀ ਗੱਲ ਕੀਤੀ ਸਕੂਲ 'ਚ ਜੀ, ਉਹ ਆਪਣੇ ਆਪ ਹੀ ਬੜੀ ਗਲਤ ਹੈ। 3 ਸਾਲ ਦਾ ਬੱਚਾ ਆਂਗਣਵਾੜੀ 'ਚ ਜਾਂਦਾ, ਉਹ ਖੇਡਦਾ ਮਲਦਾ, ਉਹਦੀ ਉਹ ਉਮਰ ਹੈ। ਜਦੋਂ ਐਜੂਕੇਸ਼ਨ ਸਾਈਕੋਲੋਜਿਸਟ ਨੇ ਕਿਹਾ ਵੀ ਇਹਨੂੰ ਗਿਣਤੀ ਤੇ ਜਿਹੜੇ ਅਲਫਾਬੇਟ ਇਹਨੂੰ 5 ਸਾਲ ਤੋਂ ਸਿਖਾਓ, ਉਹਨੂੰ ਇਹ 3 ਸਾਲ ਤੇ ਲਿਆਉਣਾ ਚਾਹੁੰਦੇ ਆ ਔਰ ਉਹਨੂੰ ਸਕੂਲ ਨਾਲ ਜੋੜਨਾ ਚਾਹੁੰਦੇ ਆ। ਉਹ ਤੇ ਨਹੀਂ ਤੁਹਾਡਾ ਮਸਲਾ ਹੱਲ ਕਰੇਗਾ। ਵਿਲ ਟਾਕ ਅਬਾਊਟ ਦੈਟ। ਅਸੀਂ ਉਹਨਾਂ ਦੇ ਅਜੇ ਵਰਕਿੰਗ ਪੇਪਰਸ ਨਹੀਂ ਦੇਖੇ ਕਿ ਉਹਨਾਂ ਨੇ ਡਿਬੇਟਿੰਗ ਕਿਸ ਤਰ੍ਹਾਂ ਕੀਤੀ ਹੈ, ਕਿਵੇਂ ਉਹ ਇੱਥੋਂ ਤੱਕ ਪਹੁੰਚੇ ਨੇ। ਬਹੁਤ ਸਾਰੀਆਂ ਚੀਜ਼ਾਂ ਨਹੀਂ ਵੀ ਸਾਹਮਣੇ ਕਹਿ ਰਿਹਾ ਸੀ, ਮੈਂ ਗੱਲ ਹੀ ਕਹਿ ਰਿਹਾ ਸੀ। ਵਰਕਿੰਗ ਪੇਪਰ ਉਹਨਾਂ ਨਾਲ ਕੋਈ ਲਾਇਆ ਨਾਲ ਨਹੀਂ ਲਗਾਏ, ਨਾਲ ਜਨਤਕ ਅਜੇ ਨਹੀਂ ਹੋਏ। 85% ਜਿਹੜੀ ਬੱਚੇ ਦੀ ਡਿਵੈਲਪਮੈਂਟ ਹੈ ਉਹ 8 ਸਾਲ ਤੱਕ ਹੋ ਜਾਂਦੀ ਹੈ। ਕਿਹੜੇ ਸਾਈਕੋਲੋਜਿਸਟ ਮੁਤਾਬਕ, ਕਿਹੜੀ ਥਿਊਰੀ ਮੁਤਾਬਕ, ਕਿਤੇ ਨਹੀਂ ਦੱਸਦੀ ਪਾਲਿਸੀ, ਕੋਈ ਰੈਫਰੈਂਸ ਨਹੀਂ ਦਿੰਦੀ ਪਾਲਿਸੀ। ਕਿਉਂਕਿ ਐਜੂਕੇਸ਼ਨ ਸਾਈਕੋਲੋਜੀ 'ਚ ਡਿਬੇਟੇਬਲ ਇਸ਼ੂ ਨੇ ਔਰ ਉਹਨਾਂ ਨੇ ਐਜ਼ ਅ ਫੈਕਟ ਲੈ ਕੇ ਆਪਣੀ ਪਾਲਿਸੀ ਬਣਾਈ। ਮੈਂ ਡਾਟਾ ਐਨਾਲਿਸਿਸ ਅਜੇ ਦੇਖਿਆ ਨਹੀਂ, ਕਿਉਂਕਿ ਇੰਨਾ ਜ਼ਰੂਰ ਹੈ ਕਿ ਮੰਜੂਲ ਭਾਰਗਵ ਮੈਂਬਰ ਸੀਗੇ ਬਕਾਇਦਾ ਕਮਿਸ਼ਨ ਦੇ, ਵੈਰੀ ਮੈਵਰਿਕ ਮੈਥਮੈਟੀਸ਼ੀਅਨ, ਪਰ ਮੈਂ ਦੇਖਣਾ ਚਾਹਾਂਗਾ ਕਿਸ ਤਰ੍ਹਾਂ ਦਾ ਡਾਟਾ ਬੜੀ ਸਾਫ਼ ਕਰਨੀ ਚਾਹੀਦੀ ਹੈ ਕਿ ਕਸਤੂਰੀ ਰੰਗਨ ਜੀ ਨੇ ਕਦੀ ਕਿਸੇ ਲੈਵਲ ਤੇ ਨਹੀਂ ਪੜਾਇਆ। ਮੰਜੂਲ ਭਾਰਗਵ ਜੀ ਫੀਲਡ ਮੈਡਲਿਸਟ ਨੇ, ਨੋਬਲ ਲਾਰੀਏਟ ਦੇ ਬਰਾਬਰ ਨੇ, ਪਰ ਭਾਰਤ 'ਚ ਕਦੀ ਉਹਨਾਂ ਨੇ ਪੜਾਈ ਲਿਖਾਈ ਨਾਲ ਨਹੀਂ ਜੁੜੇ। ਦੈਟਸ ਆਲਰਾਈਟ, ਯੂ ਕੈਨ ਬੀ ਐਨ ਇਸਰੋ ਚੇਅਰਮੈਨ ਐਂਡ ਤੁਸੀਂ ਐਜੂਕੇਸ਼ਨ ਪਾਲਿਸੀ ਡਰਾਫਟ ਕਰ ਸਕਦੇ। ਅੱਛਾ, ਤੁਹਾਨੂੰ ਇਹ ਹੈ ਕਿ ਜਿਸ ਪਰਸਨ ਨੂੰ ਦਿੱਤੀ ਗਈ ਤੁਹਾਨੂੰ ਉਹਦੀ ਕ੍ਰੈਡੈਂਸ਼ੀਅਲ ਸੇ ਇਤਰਾਜ਼ ਹੈ। ਨਹੀਂ, ਉਹ ਬਿਲ ਕ੍ਰੈਡੈਂਸ਼ੀਅਲ ਇਤਰਾਜ਼ ਮੰਜੂਲ ਭਾਰਗਵ ਜੀ ਆਪਣੇ ਫੀਲਡ ਮੈਡਲਿਸਟ ਨੇ, ਪਰ ਉਹ ਵੀ ਕਦੀ ਪੜਾਉਣ 'ਚ ਨਹੀਂ। ਮੈਂ ਕਹਿੰਦਾ ਜੀ ਔਨ ਬੋਰਡ ਲੈ ਰਿਹਾ। ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਭਾਈਆ ਸਾਹਿਬ, ਜਿਹੜੀ ਹਾਈਕ ਹੈ ਪਬਲਿਕ ਐਕਸਪੈਂਡੀਚਰ ਦੇ ਵਿੱਚ, ਉਹ ਕਹਿੰਦੇ ਨੇ 10% ਤੋਂ ਅਸੀਂ 2025 ਤੱਕ 20% ਕਰ ਦਿਆਂਗੇ। ਇਹ ਬਹੁਤ ਵੱਡੀ ਗੱਲ ਨਹੀਂ ਹੈ। ਮੈਂ ਦੱਸਣਾ ਇਸ ਵੇਲੇ ਕੀ ਸਟੇਟਸ ਹੈ ਤੁਹਾਡੀ ਕਿ GDP ਦਾ 2.7% ਖਰਚ ਰਹੇ ਆਪਾਂ, ਸਰਕਾਰ ਖਰਚ ਰਹੀ ਹੈ। ਸਰਕਾਰ ਖਰਚ ਰਹੀ ਹੈ ਜੋ ਹਾਂਜੀ। ਜਦੋਂ ਆਪਾਂ ਇਹ ਗੱਲ ਕਰੀਏ, ਪਰ ਸਾਡੇ ਕੋਲ ਕੋਈ ਡਾਟਾ ਨਹੀਂ ਹੈ ਕਿ ਓਵਰਆਲ GDP ਦਾ ਕਿੰਨਾ। ਜਿਹੜਾ ਕੋਠਾਰੀ ਕਮਿਸ਼ਨ ਦੀ ਰਿਕਮੈਂਡੇਸ਼ਨ ਹੈ ਉਹ 6% ਸਰਕਾਰ ਨੇ ਨਹੀਂ ਖਰਚਣਾ, ਕੰਟਰੀ ਨੇ 6% ਐਜੂਕੇਸ਼ਨ ਤੇ ਲਾਣਾ, ਭਾਵੇਂ ਸਾਰਾ ਦਾ ਸਾਰਾ ਪ੍ਰਾਈਵੇਟ ਸੈਕਟਰ ਲਾ ਦੇਵੇ। ਪਬਲਿਕ ਐਕਸਪੈਂਡੀਚਰ ਹੈ ਸਰ, ਗੋ ਬੈਕ ਟੂ ਦਾ ਕੋਠਾਰੀ ਕਮਿਸ਼ਨ ਰਿਪੋਰਟ, ਉਹਦੇ ਚ ਬੜਾ ਕਲੈਰਿਟੀ ਹੈ। 6% ਐਕਸਪੈਂਡੀਚਰ ਜਿਹੜਾ ਹੈ ਉਹ ਐਜੂਕੇਸ਼ਨ ਤੇ ਹੋਣਾ ਹੈ। ਉਹ ਸਿਰਫ ਗਵਰਨਮੈਂਟ ਐਕਸਪੈਂਡੀਚਰ ਹੋਵੇਗਾ, ਪਬਲਿਕ ਐਕਸਪੈਂਡੀਚਰ ਹੋਵੇਗਾ ਕਿ ਨਹੀਂ, ਦੈਟਸ ਅ ਵੈਰੀ ਗ੍ਰੇਟ ਥਿੰਗ। ਉਹ ਇੰਟਰਪ੍ਰੀਟੇਸ਼ਨ ਦਾ ਮਾਮਲਾ ਹੈ। ਮੈਂ ਤੁਹਾਡੇ ਬਹੁਤ ਸਾਰੇ ਪੀਸਿਸ ਦੇ ਵਿੱਚ ਡਾਕਟਰ ਕੁਲਦੀਪ ਪੁਰੀ ਦੇ ਆਰਟੀਕਲਸ ਵਿੱਚ ਵੀ ਦੇਖਿਆ। ਇੱਕ ਮਿੰਟ ਮੈਂ ਤੁਹਾਡੇ ਧਿਆਨ 'ਚ ਲਿਆਵਾਂਗਾ ਕਿ ਜਿਹੜਾ ਫਸਲ ਨੂੰ ਇਸ ਵੇਲੇ 2.7% ਖਰਚ ਰਹੇ ਆ, ਲੈਟਸ ਐਗਰੀ, ਉਹ ਤਾਂ ਗਵਰਨਮੈਂਟ ਹੀ ਕਹਿੰਦੀ ਹੈ ਨਾ ਕਿ ਬਹੁਤ ਇਨਐਡਿਕੁਏਟ ਹੈ, ਇਹ ਵਧਣਾ ਚਾਹੀਦਾ। ਜਿਹੜਾ ਉਹ ਕਹਿੰਦੇ ਆ ਕਿ ਅਸੀਂ 10% ਇਸ ਵੇਲੇ ਜਿਹੜਾ ਬਜਟ ਦਾ ਹੈਗਾ 10%, ਉਹਦੇ 2 ਕੰਪੋਨੈਂਟ ਹੈ, ਇੱਕ ਹੈਗਾ ਸੈਂਟਰ ਦਾ, ਇੱਕ ਹੈਗਾ ਸਟੇਟਾਂ ਦਾ। ਦੋਹਾਂ ਨੂੰ ਮਿਲਾ ਕੇ ਉਹ 10% ਹੈ। ਔਰ ਇਹਦੀ ਜਦੋਂ ਆਪਾਂ ਬ੍ਰੇਕਅਪ ਕਰਦੇ ਆ, ਉਹ ਸੈਂਟਰ ਦਾ ਹੈਗਾ ਸਿਰਫ ਉਹਦੇ ਚ 25%, 75% ਹੈਗਾ ਸਟੇਟਾਂ ਦਾ। ਇਸ ਕਰਕੇ ਜੇ ਆਪਾਂ 10% ਤੋਂ 20% ਕਰਨਾਗਾ, ਇਟ ਮੀਨਸ ਸਟੇਟਾਂ ਦਾ ਵੀ ਡਬਲ ਹੋਏਗਾ। ਪਰ ਜਿਹੜੀ ਅਨਲੈਸ ਜੋ ਹੁਣ ਆਪਣੀ ਸਟੇਟਸ ਦੀ ਇਕਨੋਮੀ ਹੈ, ਜੋ ਸਟੇਟ ਦੀ ਡੈਵੋਲੂਸ਼ਨ ਆਫ ਫੰਡਸ ਉਹਨਾਂ ਕੋਲ ਜਾ ਰਹੇ ਹੈ, ਸਟੇਟਾਂ ਦੀ ਧੂ ਨਿਕਲੀ ਪਈ ਹੈ ਸਟੇਟਾਂ ਦੀ। ਤੋ ਇਸ ਕਰਕੇ ਜਿਹੜੀ ਗਵਰਨਮੈਂਟ ਅਨਲੈਸ ਦੇ ਆਰ ਏਬਲ ਟੂ ਇਨਸ਼ੋਰ ਕਿ ਸਟੇਟਸ ਵੀ ਇਸ ਨੂੰ ਇੰਪਾਵਰ ਹੋਣਗੀਆਂ। ਠੀਕ ਦਾ ਬੇਸਿਕ ਕੁਐਸਚਨ ਕੀ ਸਾਨੂੰ ਐਜੂਕੇਸ਼ਨ, ਇੱਕ ਤਾਂ ਚੰਗੀ ਗੱਲ ਇਹ ਹੈ ਕਿ ਇਹ ਮਿਨਿਸਟਰੀ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ ਕੀ ਟੈਕਨੋ ਸਪੀਕ ਜੀ ਇਹਦਾ ਨਾਮ ਪਾਇਆ ਹੋਇਆ ਸੀ, ਇਹ ਸੁੱਖ ਨਾਲ ਉਹ ਕੂੜੇ ਵਾਲੇ ਡੱਬੇ 'ਚ ਸੁੱਟ ਰਹੇ ਆ।
ਤੇ ਨਵੀਂ ਸੈਂਟਰ ਦੀ ਮਿਨਿਸਟਰੀ ਦਾ ਨਾਮ ਮਿਨਿਸਟਰੀ ਆਫ ਐਜੂਕੇਸ਼ਨ ਹੋਏਗਾ, ਜਿਹੜੀ ਗੱਲ ਸਮਝ ਵੀ ਆਉਂਦੀ ਹੈ। ਸੋ ਦੁਬਾਰਾ that's a good point. That's a good point. ਇਹ ਚੰਗੀ ਗੱਲ ਹੈ। ਹਾਂ, ਪਰ ਠੀਕ ਆ। ਕੀ ਹਿੰਦੁਸਤਾਨ ਨੂੰ ਮਿਨਿਸਟਰੀ ਆਫ ਐਜੂਕੇਸ਼ਨ ਚਾਹੀਦੀ ਹੈ? ਕੀ ਸਾਨੂੰ ਫੈਡਰਲ ਲੈਵਲ ਦੇ ਉੱਤੇ ਐਜੂਕੇਸ਼ਨ ਦੀ ਮਿਨਿਸਟਰੀ ਚਾਹੀਦੀ ਹੈ? ਕੈਨੇਡਾ ਦਾ ਕੋਈ ਐਜੂਕੇਸ਼ਨ ਮਿਨਿਸਟਰ ਨਹੀਂ ਹੈਗਾ, ਉੱਥੇ ਲਾਰਜਲੀ ਸਟੇਟ ਸਬਜੈਕਟ ਹੈ। ਇਸ ਪਾਲਿਸੀ ਦੇ ਵਿੱਚ ਵੀ ਲਾਰਜਲੀ ਐਕਸ਼ਨ ਸਟੇਜ਼ ਇਨ ਦਾ ਸਟੇਟਸ, ਮੋਸਟਲੀ ਹਰੇਕ ਗੱਲ ਦੇ ਉੱਤੇ ਐਕਟ ਸਟੇਟਸ ਨੇ ਕਰਨਾ ਹੈ। ਅਰਵਿੰਦ ਜੀ, ਤੁਸੀਂ ਇਫ ਯੂ ਕੈਨ ਟੇਕ ਦਾ ਪੋਲੀਟੀਕਲ ਕੁਐਸਚਨ, ਕੀ ਤੁਹਾਨੂੰ ਜਾਪਦਾ ਹੈ ਇਸ ਦਰਅਸਲ ਨਵੀਂ ਐਜੂਕੇਸ਼ਨ ਪਾਲਿਸੀ ਇਹ ਹੋ ਸਕਦੀ ਸੀ ਕਿ ਹਰ ਸਟੇਟ ਦੀ ਆਪਣੀ ਪਾਲਿਸੀ ਹੁੰਦੀ ਕਿ ਨਹੀਂ ਜੇ ਤੁਸੀਂ ਕੀ ਇੰਨੀ ਡਾਇਵਰਸਿਟੀ ਨੂੰ ਇਹ ਆਪਣੇ ਚ ਲੈ ਪਾ ਰਹੀ? ਮੈਂ ਕੁਲਦੀਪ ਜੀ ਬਿਲਕੁਲ ਠੀਕ ਗੱਲ ਆ। ਸਵਾਲ ਇਹ ਆ ਕਿ ਇਹਨੂੰ ਸੈਂਟਰਲਾਈਜ਼, ਜਿਵੇਂ ਪਹਿਲਾਂ ਗੱਲ ਹੋਈ, ਕੀਤਾ ਹੀ ਕਿਉਂ ਜਾ ਰਿਹਾ ਹੈ? ਇਸੇ ਕਰਕੇ ਉੱਥੇ ਪੰਜਾਬੀ, ਕੰਨੜ, ਮਲਿਆਲਮ ਦਾ ਨਾਂ ਨਹੀਂ ਆਉਂਦਾ, ਸੰਸਕ੍ਰਿਤ, ਪਾਲੀ, ਪ੍ਰਾਕ੍ਰਿਤ ਦਾ ਨਾਂ ਆਉਂਦਾ। ਦਿਸ ਵਨ ਥਿੰਗ ਕਿ ਕਿਉਂ ਕੀਤਾ ਜਾ ਰਿਹਾ? ਜਿਹੜੇ ਫਾਰਮਰ ਚੀਫ ਇਕਨੋਮਿਕ ਐਡਵਾਈਜ਼ਰ ਰਹੇ ਨੇ ਅਰਵਿੰਦ ਸੁਬਰਾਮਨੀਅਨ, ਹਾਂਜੀ, ਉਹਨਾਂ ਨੇ ਕਿਹਾ ਭਾਈ ਥੱਲੋਂ ਜਿਵੇਂ ਡਿਮਾਂਡ ਆਂਦੀ ਨਾ ਜੀ, ਪੁਲ ਬਣਾ ਦਿਓ, ਸੜਕਾਂ ਬਣਾ ਦਿਓ, ਇਸ ਤਰੀਕੇ ਨਾਲ ਐਜੂਕੇਸ਼ਨ ਦੇ ਦਿਓ, ਡਿਮਾਂਡ ਨਹੀਂ ਆਂਦੀ। ਉਹਦੇ ਤੇ ਪੋਲਿਟਿਕਸ ਨਹੀਂ ਹੁੰਦੀ, ਉਹ ਪੋਲੀਟੀਕਲ ਇਨਸੈਂਟਿਵ ਉਹਦੇ ਵਿੱਚ ਨਹੀਂ ਹੈ। ਜਦੋਂ ਤੱਕ ਬਾਟਮਸ ਅਪ ਡਿਮਾਂਡ ਨਹੀਂ ਆਵੇਗੀ, ਪੋਲੀਟੀਸ਼ੀਅਨ ਇੰਜ ਰਿਸਪੌਂਡ ਨਹੀਂ ਕਰੇਗਾ, ਸਟੇਟਸ ਦਾ ਉਹਦੇ ਵਿੱਚ ਉਸ ਤਰ੍ਹਾਂ ਦਾ ਸਟੇਕ ਨਹੀਂ ਆਵੇਗਾ। ਇਸ ਕਰਕੇ ਇਸ ਸੈਂਟਰ ਤੋਂ ਹੀ ਹੋਵੇਗਾ। ਨਹੀਂ, ਇਹ ਕੋਈ ਆਰਗੂਮੈਂਟ ਨਹੀਂ ਕਿ ਸੈਂਟਰ ਵੀ ਤਾਂ ਉਹਨਾਂ ਵੋਟਾਂ ਨਾਲ ਹੀ ਬਣਦਾ। ਸੈਂਟਰ ਵੀ ਤੇ ਉਹੀ ਪੋਲੀਟੀਸ਼ੀਅਨ ਗਾਂ ਚਲਾਉਂਦੇ ਆ। ਤੁਸੀਂ ਦੇਖਿਆ ਫਿਰ ਸਾਰੀਆਂ ਸਟੇਟਾਂ ਨੇ ਵੋਟਾਂ ਪਾ ਕੇ ਸੈਂਟਰ ਕਿਵੇਂ ਚੁਣਿਆ? ਉਹਦੇ ਸਟੇਟਾਂ ਦੇ ਮੁੱਦੇ ਕਿੱਥੇ ਸੀਗੇ? ਜਦੋਂ ਤੱਕ ਉਹ ਮੁੱਦਾ ਨਹੀਂ ਬਣੇਗਾ ਲੋਕਾਂ ਦਾ, ਉਦੋਂ ਤੱਕ ਨਹੀਂ ਆਏਗਾ। ਯੂ ਵਾਂਟਡ ਟੂ ਸੇ ਸਮਥਿੰਗ ਕੁਲਦੀਪ ਜੀ? ਇਹਦੇ ਚੈੱਕ ਆ, ਇਹਦੇ ਚ ਜੇ ਨਾ ਤੁਸੀਂ ਫਾਈਨਾਂਸ ਵਾਲਾ ਜਿਹੜਾ ਪਹਿਲਾ ਉਹਦਾ ਸ਼ਿਫਟ ਟੋਟਲ ਦਾ, ਕਿਉਂਕਿ ਐਜੂਕੇਸ਼ਨ ਪਾਲਿਸੀ ਉਸ ਵੇਲੇ ਆ ਰਹੀ ਆ ਜਦੋਂ ਅਸੀਂ ਇੰਡੀਆ ਪਿਓਰਲੀ ਕਾਰਪੋਰੇਟ ਦੇ ਲੈਵਲ ਤੇ ਇਕਨੋਮੀ ਗਰੋ ਕਰ ਰਹੀ ਹੈ ਤੇ ਸਟੇਟ ਦੀ ਇਕਨੋਮੀ ਉਹਦੇ ਨਾਲ ਉਸੇ ਵੇਲੇ ਆਈ ਸੀ ਜਦੋਂ 86 ਚ ਆਈ ਸੀ। 91 ਤੋਂ ਬਾਅਦ ਜਿਸ ਤਰੀਕੇ ਨਾਲ ਬਦਲਿਆ ਗਿਆ, 92 ਦੇ ਵਿੱਚ ਨਰਸਿਮਹਾ ਰਾਓ ਹੋਰਾਂ ਨੇ ਜਿੱਦਾਂ ਦੀਆਂ ਚੇਂਜਸ ਕੀਤੀਆਂ ਉਹ ਇਹ ਸੀਗੀਆਂ ਵੀ ਉਹ ਸਰਕਾਰਾਂ ਤੁਹਾਨੂੰ ਚੰਗੀਆਂ ਲੱਗਦੀਆਂ ਸੀ, ਥੋੜੀਆਂ ਲੈਫਟ ਆਫ ਸੈਂਟਰ ਸੀਗੀਆਂ, ਨਹੀਂ ਚੰਗੀਆਂ ਦਾ ਨਹੀਂ ਸੀ, ਚੁੱਪ ਕੇ ਕਰਦੀਆਂ ਸੀਗੀਆਂ, ਇੱਕ ਸ਼ਰੇਆਮ ਕਰ ਰਹੇ ਨੇ। ਉਸ ਵੇਲੇ ਤੇ ਇਹਦੇ ਚ ਇੱਕ ਫਰਕ ਆ, ਜੇ ਉਸ ਪਾਲਿਸੀਆਂ ਦਾ ਅਸੀਂ ਕੰਪੈਰੀਜ਼ਨ ਕਰੀਏ, ਚਾਹੇ 64 ਚਾਹੇ 86, ਉਹਨਾਂ 'ਚ ਹਰ ਪਾਲਿਸੀ 'ਚ ਪ੍ਰੋਗਰਾਮ ਆਫ ਐਕਸ਼ਨ ਵੀ ਦਿੱਤੇ, ਉਹਦਾ ਸਟਰਕਚਰ ਡਿਫਰੈਂਟ ਹੈ ਇਹਨਾਂ ਨਾਲੋਂ। ਇਹਨੇ ਤਾਂ ਇੱਕ ਖਰੜਾ ਇਸ ਕਿਸਮ ਦਾ ਬਣਾ ਲਾ, ਕਿਤੇ ਵੀ ਹਰ ਜਿਹੜੀ ਪਾਲਿਸੀ ਪੁਰਾਣੀ ਚੱਕ ਕੇ ਦੇਖ ਲਓ, ਉਹਦੇ 'ਚ ਹਰ ਕੰਪੋਨੈਂਟ ਦੀ ਐਕਸਪਲੇਨੇਸ਼ਨ ਆ, ਨਾਲ ਉਹਦਾ ਪ੍ਰੋਗਰਾਮ ਆਫ ਐਕਸ਼ਨ ਆ। ਇਹਨਾਂ ਨੇ ਇਸ ਲੈਵਲ ਦਾ ਕੋਈ ਨਹੀਂ। ਤੁਸੀਂ 20 ਪੇਜ ਉਲਟਾਓ, ਤੁਹਾਡੇ ਸਾਹਮਣੇ ਨਲੰਦਾ ਮਿਸ਼ਨ ਆ ਜਾਂਦਾ, ਜਾਂ ਉਦੋਂ ਬਾਅਦ ਚ ਨਲਿਤਾ ਵਿਸਤਰਾ, ਸੂਤਰਾ, ਭਾਵਭੂਤੀ, ਕਾਦੰਬਰੀ, ਯਸ਼ੋਧਰਾ, ਜੈ ਮੰਗਲਾ। ਜੇ ਉਹ ਤੁਸੀਂ, ਕਿਉਂਕਿ ਇੱਕ ਪਾਸੇ ਤੁਸੀਂ ਮੰਤਰ ਨਹੀਂ ਪੜ ਰਿਹਾ, ਇਹ ਪਾਲਿਸੀ ਦੇ ਵਿੱਚ ਹੈਗਾ ਇੰਡੀਅਨ ਟ੍ਰੈਡੀਸ਼ਨ। ਇੱਕ ਪਾਸੇ ਤੁਸੀਂ 4th ਇੰਡਸਟਰੀਅਲ ਰੈਵੋਲੂਸ਼ਨ ਕਰਨਾ ਚਾਹੁੰਦੇ ਹੋ, ਜਿਹੜਾ ਸਾਇੰਸ ਤੇ ਟੈਕਨੋਲੋਜੀ ਤੇ ਰੀਜ਼ਨ ਤੇ ਲੌਜਿਕ ਤੇ ਬੇਸਡ ਆ। ਦੂਸਰੇ ਪਾਸੇ ਤੁਸੀਂ ਇਹਨੂੰ ਮਤਲਬ ਸਾਡੀਆਂ ਬਹੁਤ 3000 4000 ਸਾਲ ਪੁਰਾਣੀ ਜਿਹੜੇ ਜਦੋਂ ਇਸ ਕਿਸਮ ਦੀ ਸੋਸਾਇਟੀ ਹੈ ਨਹੀਂ ਸੀ, ਉਹਦੇ ਚੱਕ ਕੇ ਤੁਸੀਂ ਬੇਸਿਸ ਲਿਆ ਕੇ ਇੱਥੇ ਖੜਾ ਕਰਨਾ ਚਾਹੁੰਦੇ ਹੋ। ਜੇ ਤੁਸੀਂ ਦੇਰ ਤੋਂ ਕੋਈ ਹੁੰਦਾ ਤਾਂ ਉਹ ਕਹਿੰਦਾ ਕਿ ਤੁਹਾਨੂੰ ਜਿਹੜੀਆਂ ਗਲੋਰੀਅਸ ਗ੍ਰੇਟ ਇੰਡੀਅਨ ਟ੍ਰੈਡੀਸ਼ਨਸ ਆ, ਉਹਦੇ ਵਿੱਚ ਤੁਹਾਨੂੰ ਪ੍ਰਾਈਡ ਹੀ ਨਹੀਂ ਹੈ, ਤੇ ਲੋਕਾਂ ਨੇ ਤੁਹਾਨੂੰ ਆਲਰੇਡੀ 303 ਨਾਲ ਜਵਾਬ ਦਿੱਤਾ, ਹੁਣ ਕਿੰਨਾ ਦੇਣੋ? ਟ੍ਰੈਡੀਸ਼ਨ ਚ ਮਨੂ ਸਮ੍ਰਿਤੀ ਵੀ ਹੈ, ਜਿਹੜੇ ਐਜੂਕੇਸ਼ਨ ਪਾਲਿਸੀ ਇਜ਼ ਨਾਟ ਟਾਕਿੰਗ ਅਬਾਊਟ ਦੈਟ, ਕਮ ਔਨ, ਕਰਨਾ ਚਾਹੀਦਾ ਨਾ। ਜਿਹੜੀਆਂ ਨਹੀਂ ਟ੍ਰੈਡੀਸ਼ਨ ਚੰਗੀਆਂ ਉਹਨਾਂ ਨੂੰ ਛੱਡਣਾ ਵੀ ਬਹੁਤ ਜ਼ਰੂਰੀ ਹੈ। ਪਾਲਿਸੀ ਕਹਿ ਰਹੀ ਹੈ ਲਿਬਰਲ ਆਰਟਸ ਐਜੂਕੇਸ਼ਨ, ਉਦੋਂ ਕਿੱਥੇ ਸੀ ਲਿਬਰਲ ਆਰਟ ਦੀ ਐਕਸਪਲੇਨੇਸ਼ਨ ਅਵੇਲੇਬਲ? ਪਰ ਪਾਲਿਸੀ ਲੈ ਰਹੀ ਹੈ ਨਾ, ਆਰ ਯੂ ਨਾਟ? ਪਰ ਜਿਹੜਾ ਮਾਡਲ ਖੁਦ ਹੀ ਤਾਂ ਐਪਰੀਸ਼ੀਏਟ ਕਰ ਰਹੇ ਹੋ। ਲਿਬਰਲ ਆਰਟ ਦੀ ਐਕਸਪਲੇਨੇਸ਼ਨ ਆ, ਇਹ ਵੀ 62 ਕਲਾਮਾਂ ਉੱਥੋਂ ਲਈਆਂ। ਪਰ ਜਿਹੜੀ ਇਹ ਗੱਲ, ਵਾਟ ਇਜ਼ ਦਾ ਪ੍ਰੋਬਲਮ? 62 ਕਲਾਮਾਂ ਉੱਥੋਂ ਲੈਣ ਚ ਕੀ ਪ੍ਰੋਬਲਮ ਹੈ? ਜਿਹੜਾ ਲਿਬਰਲ ਉਹ ਇੰਜੀਨੀਅਰਿੰਗ, ਐਰੋਡਾਇਨਾਮਿਕਸ, ਡਾਂਸੇਸ, ਉਹ ਸਾਰੀਆਂ ਕਲਾਮਾਂ ਸੀਗੀਆਂ ਉਸ ਵੇਲੇ। ਤੁਹਾਡੇ ਤੁਸੀਂ ਇਹ ਬਾਅਦ ਵਿੱਚ ਚੇਂਜਸ ਕੀਤੀਆਂ ਨੇ ਕਿ ਕਿੱਤਾ ਮੁਖੀ ਹੈ, ਇਹ ਮੇਨ ਅਕਾਦਮਿਕ ਹੈ, ਇਹ ਮੁੰਡਾ BA ਕਰ ਰਿਹਾ, ਤੇ ਇਹ ਮੁੰਡਾ ਜਿਹੜਾ ਇਹ ਆਪਣੀ ਵੈਲਡਿੰਗ ਦਾ ਕੋਰਸ ਸਿੱਖ ਰਿਹਾ, ਉਹ ਸਾਰਿਆਂ ਨੂੰ ਇਕੱਠਿਆਂ ਕਰ ਰਹੇ ਨੇ। ਇਹ ਚੰਗੀ ਗੱਲ ਹੈ। ਨਹੀਂ ਸਰ, ਵੇਖੋ ਤੁਸੀਂ ਐਜੂਕੇਸ਼ਨ ਦੀ ਵੋਕੇਸ਼ਨਲਾਈਜੇਸ਼ਨ ਕਰਨ ਦੀ ਬਜਾਏ ਵੋਕੇਸ਼ਨਲ ਐਜੂਕੇਸ਼ਨ ਦੀ ਅਲੱਗ ਸਟਰੀਮ ਚਲਾ ਰੱਖੀ ਸੀ ਕਿ ਗਰੀਬ ਦਾ ਬੱਚਾ ਵੈਲਡਿੰਗ ਸਿੱਖੇ, ਅਮੀਰ ਦਾ ਬੱਚਾ ਜਿਹਦੇ ਕੋਲ ਵੇਲੇ ਪੈਸੇ ਨੇ, ਨੌਕਰੀ ਦੀ ਚਿੰਤਾ ਨਹੀਂ, ਉਹ BA MA ਕਰ ਲੇ, ਤੇ ਜਿਹਨੂੰ ਨੌਕਰੀ ਦੀ ਚਿੰਤਾ ਉਹ ਕੋਈ ਪ੍ਰੋਫੈਸ਼ਨਲ ਕੋਰਸ ਕਰ ਲਵੇ। ਉਹ ਇਸ ਕਿਸਮ ਦੀਆਂ ਜਿਹੜੀਆਂ ਚੀਜ਼ਾਂ ਨੇ ਇਹ ਲਾਈਨਸ ਨੂੰ ਬਲਰਿੰਗ ਕਰ ਰਹੇ ਨੇ। ਉਹ ਇਹਦੇ ਨਾਲ ਕਿੱਥੇ ਖਤਮ ਹੋਏਗਾ? ਇਹਦੇ ਨਾਲੋਂ ਖਤਮ ਨਹੀਂ ਹੋਏਗਾ। ਦੇ ਆਰ ਮੇਕਿੰਗ ਸ਼ੋਰ ਕਿ ਜੇ ਤੁਹਾਡਾ ਬੱਚਾ ਇੰਜੀਨੀਅਰਿੰਗ ਕਰ ਰਿਹਾ ਹੈ, ਐਰੋਡਾਇਨਾਮਿਕਸ ਪੜ੍ਹ ਰਿਹਾ, ਹਿਸਟੋਪੈਥੋਲੋਜੀ ਪੜ੍ਹ ਰਿਹਾ ਹੈ, ਤਾਂ ਉਹਨੂੰ ਅੰਗਰੇਜ਼ੀ ਸਾਹਿਤ ਬਾਰੇ, ਪੰਜਾਬੀ ਸਾਹਿਤ ਬਾਰੇ, ਹਿੰਦੁਸਤਾਨ ਦੀਆਂ ਗ੍ਰੇਟ ਟ੍ਰੈਡੀਸ਼ਨਸ ਬਾਰੇ ਵੀ ਪਤਾ ਹੋਵੇਗਾ। ਗੱਲ ਹੈ, ਔਰ ਇਹ ਪਹਿਲਾਂ ਵੀ ਹੋ ਰਿਹਾ ਜਿਹੜੇ ਚੱਲ ਰਹੇ ਹੈ, ਜਿਵੇਂ IIT ਦੇ ਕੋਰਸਸ ਵਿੱਚ ਸਾਰੇ IITs ਹਿਊਮੈਨਿਟੀਜ਼ ਦੇ ਡਿਪਾਰਟਮੈਂਟ ਨੇ, ਕੋਈ ਬਹੁਤ ਨਵੀਂ ਗੱਲ ਨਹੀਂ ਹੈ। ਤੁਹਾਨੂੰ ਇਸ ਪਾਲਿਸੀ ਦੇ ਵਿੱਚ ਜਿਹੜੀ ਇਹਨਾਂ ਨੇ ਗੱਲ ਕੀਤੀ ਸੀ, ਡਾਈਸੈਂਟ ਲਈ ਕਿੰਨੀ ਕੁ ਜਗ੍ਹਾ ਦਿਖਾਈ ਦਿੰਦੀ ਹੈ? ਕੋਈ ਜਗ੍ਹਾ ਨਹੀਂ। ਨਹੀਂ ਡਿਸੈਂਟਲੀ ਜਗ੍ਹਾ ਹੈ, ਮੈਂ ਨਹੀਂ ਕਹਾਂਗਾ ਕਿਸ ਤਰੀਕੇ ਨਾਲ ਨਹੀਂ ਹੈ, ਬਹੁਤ ਜਗ੍ਹਾ ਤੇ ਇਨਫਾਰਮਡ ਡਿਸੈਂਟ ਦੀ ਓਪਨਿੰਗ ਅਪ ਵਾਲੀ ਗੱਲ ਹੈ ਨਾ, ਉਹ ਤੇ ਇਸ ਪਾਲਿਸੀ ਦੀ ਅੱਛੀ ਗੱਲ ਹੈ ਕਿ ਜਿਹੜੀ ਇੰਟਰਡਿਸਪਲਿਨੈਰਿਟੀ ਔਰ ਓਪਨਿੰਗ ਅਪ,
ਵੀ ਬੱਚਾ 12ਵੀਂ ਤੋਂ ਬਾਅਦ ਹੀ ਤੁਸੀਂ ਉਹਨੂੰ ਮੈਡੀਕਲ ਕਾਲਜ ਭੇਜ ਦਿੰਦੇ ਹੋ, ਫਿਰ ਉਹ ਮੈਡੀਕਲ ਪ੍ਰੋਫੈਸ਼ਨਲ ਐਜੂਕੇਸ਼ਨ ਲੈ ਕੇ ਡਾਕਟਰ ਬਣ ਜਾਂਦਾ ਔਰ ਬੰਦ ਪਾਈਪਲਾਈਨ ਸੀਗੀ ਕਿ ਇਧਰੋਂ ਪਾਵਾਂਗੇ ਬਿਲਕੁਲ, ਬੱਚਾ ਅੰਦਰ ਉੱਧਰੋਂ ਡਾਕਟਰ ਬਣ ਕੇ ਪਰਲੇ ਪਾਸਿਓਂ ਨਿਕਲੇਗਾ। ਕੱਢਾਂਗੇ 4 ਸਾਲ ਤੀਜੇ ਐਗਜ਼ਿਟ ਰੂਟ ਕੋਈ ਨਹੀਂ ਸੀ ਤੀਜੇ ਸਾਲ ਬਾਅਦ ਉਹ ਕਹੇ ਵੀ ਮੈਂ ਪੰਜਾਬੀ ਦੀ ਐਮਏ ਕਰਨੀ, ਉਹ ਨਹੀਂ ਕਰ ਸਕਦਾ, ਨਹੀਂ ਹੈਗਾ। ਸੋ ਇਹ ਤੇ ਇਹ ਤੁਸੀਂ ਸਮਝਾਓ ਕਿ ਹੁਣ ਇਹ ਐਗਜ਼ਿਟ ਰੂਟ ਕਿਵੇਂ ਮਿਲੇਗਾ ਤੁਹਾਨੂੰ? ਜੇ ਇੰਪਲੀਮੈਂਟ ਹੋਏਗੀ ਤੇ ਇਸ ਤਰ੍ਹਾਂ ਦੇ ਐਗਜ਼ਿਟ ਰੂਟ ਮਿਲਣਗੇ ਤੇ ਉਹ ਦੀ ਸੋ ਇਹ ਨਹੀਂ ਕਿ ਤੁਸੀਂ ਬੀਏ ਵਿੱਚ ਪੈ ਗਏ ਤਾਂ ਹੁਣ ਪਿੱਛੇ ਮੁੜ ਕੇ ਨਹੀਂ ਦੇਖਣਾ ਜਦ ਤੱਕ ਬੀਏ ਨਹੀਂ ਹੋ ਜਾਂਦੀ। ਬਿਲਕੁਲ, ਔਰ ਬੀਏ ਕਰਨ ਤੋਂ ਬਾਅਦ ਤੁਸੀਂ ਡਾਕਟਰ ਬਣਨਾ ਚਾਹੁੰਦੇ ਹੋ, ਤੁਸੀਂ ਕੋਸ਼ਿਸ਼ ਕਰ ਸਕਦੇ ਹੋ, ਹੁਣ ਤੁਸੀਂ ਉਹਦੇ ਲਈ ਵੀ ਕੋਸ਼ਿਸ਼ ਕਰ ਸਕਦੇ ਹੋ। ਸੋ ਬਹੁਤ ਸਾਰੇ ਜਿਹੜੇ ਐਗਜ਼ਿਟ ਰੂਟ ਖੋਲੇ ਗਏ, ਮਲਟੀਪਲ ਐਂਟਰੀ ਪੁਆਇੰਟਸ ਨੇ, ਐਗਜ਼ਿਟ ਪੁਆਇੰਟ, ਮਲਟੀਪਲ ਐਂਟਰੀ ਪੁਆਇੰਟ ਹੈ, ਮਲਟੀਪਲ ਐਗਜ਼ਿਟ ਪੁਆਇੰਟਸ। ਇਹ ਪਾਲਿਸੀ ਦੀ ਅੱਛੀ ਗੱਲ ਇਹ ਹੈ, ਰੈਵੋਲੂਸ਼ਨਰੀ ਚੇਂਜ ਹੈ ਜੇ ਇੰਪਲੀਮੈਂਟ ਹੋਈ ਤੇ। ਜੀ ਜੇ ਇਹਨੂੰ ਪੜ੍ਹਨਾ ਹੀ ਹੋਵੇ ਤਾਂ ਫਿਰ ਉਹਨਾਂ ਨੇ ਬਾਰ-ਬਾਰ ਇੱਕ ਵਰਡ ਕਿਹਾ, ਕ੍ਰੀਏਟਿਵ ਤੇ ਕ੍ਰਿਟੀਕਲ ਥਿੰਕਿੰਗ। ਕ੍ਰੀਏਟਿਵ ਤੇ ਕ੍ਰਿਟੀਕਲ ਥਿੰਕਿੰਗ, ਹਾਂ, ਉਹਨੂੰ ਇਹ ਕਹਿੰਦੇ ਨੇ ਕਿ ਇਹ ਜਿਹੜੀ 21st ਸੈਂਚੁਰੀ ਸਕਿੱਲਸ ਨੇ। ਜੀ। ਹਾਲਾਂਕਿ ਇਹਨੂੰ ਇਹ ਕਹਿਣ ਦੀ ਲੋੜ ਨਹੀਂ ਸੀ। ਕ੍ਰੀਏਟਿਵ ਤੇ ਕ੍ਰਿਟੀਕਲ ਥਿੰਕਿੰਗ ਤਾਂ ਐਜੂਕੇਸ਼ਨ ਦਾ ਹਿੱਸਾ ਹੀ ਨੇ। ਤੇ ਜੇ ਕ੍ਰੀਏਟਿਵ ਤੇ ਕ੍ਰਿਟੀਕਲ ਨੂੰ ਉਹ ਇੰਨਾ ਵਿਸ਼ਵਾਸ ਕਰਦੇ ਨੇ ਤੇ ਅਸੀਂ ਮੰਨ ਲੈਂਦੇ ਹਾਂ ਕਿ ਕਰਦੇ ਨੇ, ਤੇ ਕ੍ਰੀਏਟਿਵ ਤੇ ਕ੍ਰਿਟੀਕਲ ਬਿਨਾਂ ਡਿਸੈਂਟ ਤੋਂ ਹੋਇਆ ਹੀ ਨਹੀਂ ਜਾ ਸਕਦਾ। ਮਤਲਬ ਜਦੋਂ ਵੀ ਕੁਝ ਕ੍ਰੀਏਟ ਹੋਏਗਾ ਉਹ ਕਿਸੇ ਚੀਜ਼ ਨੂੰ ਤੋੜੇਗਾ। ਭਾਈ ਸਾਹਿਬ ਇਹਦੇ ਨਾਲ ਤਾਂ ਮੈਂ ਸਹਿਮਤ ਹਾਂ, ਕਿਉਂਕਿ ਇੱਕ ਗੱਲ ਤੋਂ ਧਿਆਨ ਚ ਲਿਆਵਾਂ ਸ਼ੋਰ ਵੀ ਫਸਟ ਗੱਲ ਉਹ ਜਿਹੜੀ ਗੱਲ ਨੂੰ ਅਸੀਂ ਬਹੁਤ ਓਵਰ ਐਮਫਸਾਈਜ਼ ਕਰਦੇ ਹਾਂ, 21st ਸੈਂਚੁਰੀ ਸਕਿੱਲਸ, ਜਿਹੜੀਆਂ ਸਕਿੱਲਸ ਮੈਂਸ਼ਨਡ ਹੈ ਇਹਦੇ ਚ ਕਿ ਇਹ ਸਕਿੱਲਸ ਦੇਣੀਆਂ ਨੇ ਜੀ, ਕਾਰਪੈਂਟਰੀ, ਪੋਟਰੀ, ਗਾਰਡਨਿੰਗ ਵਗੈਰਾ ਵਗੈਰਾ। ਨਹੀਂ ਟਾਕ ਅਬਾਊਟ ਸਾਇੰਸ, ਟੈਕਨੋਲੋਜੀ, ਇੰਜੀਨੀਅਰਿੰਗ, ਮੈਥ, ਐਵਰੀਥਿੰਗ ਸਟੈਮ ਬਾਰੇ ਵੀ ਗੱਲ ਕਰਦੇ ਹਾਂ। ਕਿਤੇ ਜਿਹੜੇ ਇਲੈਕਟ੍ਰਿਕ ਅਰੇਂਜਮੈਂਟਸ ਦੀਆਂ ਇਸ਼ੂਜ਼ ਵੀ ਹੈਗੀਆਂ। ਸਭ ਕੁਝ ਇਨਕਿਊਬੇਸ਼ਨ ਸੈਂਟਰਸ ਨੇ, ਵਰਕ ਸਕਿੱਲਸ ਜਿਹੜੀਆਂ ਮੇਰੀਆਂ ਮਤਲਬ ਇਹ ਸਕਿੱਲਸ ਨੇ ਸਾਡੀਆਂ, ਵੈਂਚਰ ਸਟੂਡੀਓਜ਼ ਨੇ, ਜਿਹੜੀਆਂ ਸਾਡੀਆਂ ਇਹ ਸਕਿੱਲਸ ਨੇ, ਇਹ ਸਕਿੱਲਸ ਆਰ ਥੀਸ ਆਰ ਨੋ ਮੋਰ 21st ਸੈਂਚੁਰੀ ਸਕਿੱਲਸ। ਇਹ ਉਹ ਸਕਿੱਲਸ ਨੇ ਸਗੋਂ ਜਿੱਥੋਂ ਸੋਸਾਇਟੀ ਨਿਕਲ ਕੇ ਅੱਗੇ ਆਈ ਹੈ, ਔਰ ਨਵੀਆਂ ਸਕਿੱਲਸ ਸਗੋਂ ਸਾਡੀ ਇਕਨੋਮੀ ਨੇ ਮਤਲਬ ਪੈਦਾ ਕੀਤੀਆਂ ਨੇ। ਦੂਸਰੀ ਗੱਲ ਮੈਂ ਇਹ ਵੀ ਗੱਲ ਤੁਹਾਡੇ ਧਿਆਨ 'ਚ ਮੈਂ ਸਗੋਂ ਲਿਆਵਾਂ, ਉਹ ਗੱਲ ਸਗੋਂ ਗੱਲ ਨੂੰ ਧਿਆਨ ਸਾਡੇ ਰਹਿਣੀ ਚਾਹੀਦੀ ਹੈ ਕਿ ਜਦੋਂ ਅਸੀਂ ਰੂਟਡ ਇਨ ਇੰਡੀਅਨ ਟ੍ਰੈਡੀਸ਼ਨ ਦੀ ਗੱਲ ਕਰਦੇ ਨਾ, ਆਈ ਥਿੰਕ ਕਿਸੇ ਵੀ ਕੰਟਰੀ ਦੀ ਜਿਹੜੀ ਟ੍ਰੈਡੀਸ਼ਨ ਹੈ ਨਾ ਸਾਰੀ ਮਾੜੀ ਹੁੰਦੀ ਹੈ ਤੇ ਨਾ ਸਾਰੀ ਚੰਗੀ ਹੁੰਦੀ ਹੈ। ਠੀਕ ਗੱਲ ਹੈ। ਉਹਦੀ ਕ੍ਰਿਟੀਕਲ ਐਵੈਲੂਏਸ਼ਨ ਵਿਦ ਅ ਸਾਇੰਟੀਫਿਕ ਟੈਂਪਰ ਉਸ ਦੀ ਜ਼ਰੂਰਤ ਹੈ। ਔਰ ਪਰ ਹੁਣ ਤੱਕ ਜੋ ਅਸੀਂ ਵੇਖ ਰਹੇ ਹਾਂ ਨਾ, ਇੱਕ ਉਹ ਹੈ ਕਿ ਜੋ ਨੀਤੀ ਕਹਿੰਦੀ ਹੈ, ਇੱਕ ਉਹ ਹੈ ਜੋ ਨੀਤੀ ਲਾਗੂ ਕਰਨ ਵਾਲੇ ਕਹਿੰਦੇ ਨੇ। ਪਰ ਕੋਈ ਨੀਤੀ ਲਾਗੂ ਕਰਨ ਵਾਲੇ ਜੇ ਇਹ ਕਹਿੰਦੇ ਹੋਣ ਕਿ ਜਿਹੜਾ ਜੋਤਿਸ਼ ਹੈ ਇਟਸ ਮੋਰ ਇੰਪੋਰਟੈਂਟ ਦੈਨ ਸਾਇੰਸ, ਅੱਛਾ ਜੇ ਉਹ ਪਤਾ ਤੁਸੀਂ ਕਿੱਧਰ ਇਸ਼ਾਰਾ ਕਰ ਰਹੇ ਹੋ? ਸਾਡੇ ਮਾਨਯੋਗ ਐਜੂਕੇਸ਼ਨ ਮੰਤਰੀ ਬਾਰੇ ਗੱਲ ਨਹੀਂ, ਮੈਂ ਕਹਿ ਰਿਹਾ ਕਿ ਜਿਹੜੀ ਪਾਲਿਸੀ ਲਾਗੂ ਜਿਹਨਾਂ ਨੇ ਕਰਨੀ ਹੈ ਗੱਲ ਕਰਨੀ, ਆਪਣੇ ਨਵੇਂ ਮੰਤਰੀ ਸਾਹਿਬ ਬਾਰੇ ਗੱਲ ਕਰ ਰਹੇ। ਸੋ ਇਸ ਕਰਕੇ ਜਿਹੜੀ ਗੱਲ ਕਹਿੰਦੇ ਆ ਨਾ ਆਪਾਂ ਕਿ ਜੋ ਜਾਂ ਅਸੀਂ ਇਹ ਕਹਿੰਦੇ ਆ ਵੀ ਸਾਡੀ ਟ੍ਰੈਡੀਸ਼ਨ ਦਾ ਮਤਲਬ ਇਹ ਹੈ ਕਿ ਸਾਡੀ ਟ੍ਰੈਡੀਸ਼ਨ 'ਚ ਜਿਹੜੀ ਸਾਡੀ ਪਲਾਸਟਿਕ ਸਰਜਰੀ ਵੀ ਸਾਡੇ ਕੋਲ ਪਈ ਸੀ, ਸਾਨੂੰ ਇਹ ਵੀ ਲੈਣੀ ਚਾਹੀਦੀ ਹੈ। ਵੀ ਹੈਵ ਬੀਨ ਥਰੂ ਦੋਜ਼ ਡਿਬੇਟਸ। ਮੈਨੂੰ ਇੱਕ ਗੱਲ ਦੱਸੋ ਕਿ ਜਿਹੜੀ ਇੱਕ ਤਾਂ ਮੈਨੂੰ ਇਹ ਲੱਗਾ ਕਿ ਜਿੱਥੋਂ ਤੱਕ ਡਿਸਕ੍ਰਿਮੀਨੇਸ਼ਨ ਦੀ ਗੱਲ ਹੈ, ਕਾਸਟ ਦਾ ਸਵਾਲ ਬਹੁਤ ਵੱਡੇ ਲੈਵਲ ਤੇ ਇਸ ਪਾਲਿਸੀ ਵਿੱਚ ਨਹੀਂ ਲਿਆ ਗਿਆ। ਔਰ ਅਸੀਂ ਹੁਣੇ ਡਾਕਟਰ ਪਾਇਲ ਤਾੜਵੀ ਦੀ ਡੈਥ ਦੇਖੀ ਹੈ, ਅਸੀਂ ਰੋਹਿਤ ਵੈਮੂਲਾ ਦੀ ਸੁਸਾਈਡ ਦੇਖੀ ਹੈ ਲਗਾਤਾਰ, ਔਰ ਬਹੁਤ ਸਾਰਾ ਸਾਡੇ ਕੋਲ ਇੰਪੀਰੀਕਲ ਡਾਟਾ ਹੈ ਕਿ ਮਾਈਨੋਰਿਟੀ ਕਮਿਊਨਿਟੀਜ਼ ਦੇ ਲੋਕ ਔਰ ਲੋਇਡ ਕਾਸਟਸ ਦੇ ਜਿਹੜੇ ਲੋਕ ਨੇ, ਜਿਹੜੀਆਂ ਜਾਤਾਂ ਪਿੱਛੇ ਤੱਕ ਦਿੱਤੀਆਂ ਗਈਆਂ, ਉਹ ਲਗਾਤਾਰ ਬਾਹਰ ਧੱਕੇ ਜਾਂਦੇ ਰਹੇ ਨੇ ਐਜੂਕੇਸ਼ਨ ਦੇ ਹਾਸ਼ੀਏ ਤੋਂ। ਤੁਹਾਨੂੰ ਲੱਗਦਾ ਹੈ ਸਲਾਹਾਂ ਦੇ ਵਿੱਚ ਇਹ ਵੱਡੇ ਲੈਵਲ ਦੇ ਉੱਤੇ ਆਏਗਾ ਤੇ ਪੋਸੀਬਲੀ ਇਹਨੂੰ ਕੰਸੀਡਰ ਕੀਤਾ ਜਾ ਸਕਦਾ ਹੈ ਕਿ ਇਹਨੂੰ ਜ਼ਿਆਦਾ ਇਨਕਲੂਸਿਵ ਬਣਾਇਆ ਜਾ ਸਕਦਾ? ਨਹੀਂ, ਗੱਲ ਇਸ ਤੋਂ ਵੀ ਅੱਗੇ ਹੈ। ਜਿਹੜੀ ਦੇਸ਼ ਦੀ ਹੌਰੀਜ਼ੌਂਟਲ ਤੇ ਵਰਟੀਕਲ ਡਾਈਵਰਸਿਟੀ ਹੈ ਨਾ, ਵਰਟੀਕਲੀ ਅਸੀਂ ਕਹਿੰਦੇ ਵੀ ਅਮੀਰ ਗਰੀਬ ਜੀ ਜਾਤਾਂ ਜੀ, ਹੌਰੀਜ਼ੌਂਟਲ ਮਤਲਬ ਵੀ ਵੱਖਰੇ ਵੱਖਰੇ ਖਿੱਤਿਆਂ 'ਚ ਵੱਖਰੇ ਵੱਖਰੇ ਥਾਵਾਂ ਤੇ ਪਛਾਵਾਂ ਕਲਚਰ 'ਚ ਬੜਾ ਫਰਕ ਹੈ ਜੀ, ਉਹਨੂੰ ਇਹ ਕਹੀ ਜਾਂਦੀ ਹੈ ਪਰ ਕਿਸੇ ਵਧੀਆ ਰੂਪ 'ਚ ਨਹੀਂ ਐਡਰੈਸ ਕਰਦੀ। ਤੁਹਾਨੂੰ ਲੱਗਦਾ ਸਾਹਮਣੇ ਕੋਈ ਪ੍ਰੋਗਰਾਮ ਇਸ ਦਾ ਮੈਕੈਨਿਜ਼ਮ ਜਿਹੜਾ ਯੂਨੀਫਾਰਮਿਟੀ ਉਹ ਨਹੀਂ ਹੈ? ਇੱਕ ਗੱਲ ਇਸ ਸੈਗਮੈਂਟ ਵਿੱਚ ਰਹਿ ਗਈ ਜਿਹੜੀ ਅਸੀਂ ਕਿਹਾ ਸੀ ਕਿ ਰਾਈਟ ਟੂ ਐਜੂਕੇਸ਼ਨ ਐਕਟ ਦੇ ਨਾਲ ਇਹ ਪਾਲਿਸੀ ਕਿੱਥੇ ਟਕਰਾਂਦੀ ਹੈ, ਇਹਦੀ ਗੱਲ ਕਰਾਂਗੇ। ਇੱਕ ਭਾਸ਼ਾ ਦੇ ਮਸਲੇ ਨੂੰ ਲੈ ਕੇ ਬੜੇ ਵਵੇਲਾ ਉੱਠਿਆ ਸੀਗਾ ਕਿ 3 ਭਾਸ਼ਾਈ ਫਾਰਮੂਲਾ ਹੋਵੇ, ਤਾਂ ਉਹ ਖੈਰ ਛੇਤੀ ਨਾਲ ਸਰਕਾਰ ਨੇ ਉਹਨੂੰ ਕਰੈਕਟ ਵੀ ਕਰ ਲਿਆ ਕਿ ਇਹਨੂੰ ਹਿੰਦੀ ਨੂੰ ਕੰਪਲਸਰੀ ਨਹੀਂ ਬਣਾਇਆ ਜਾਵੇਗਾ, ਬਟ ਦੇਰ ਆਰ ਕੁਐਸਚਨਸ ਬਿਯੋਂਡ ਦੈਟ, ਅਤੇ ਅਸੀਂ ਉਹਦੇ ਬਾਰੇ ਗੱਲ ਕਰਾਂਗੇ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਉੱਤੇ, ਜਿਹਦਾ ਖਰੜਾ ਕੇਂਦਰ ਸਰਕਾਰ ਨੇ ਛਾਇਆ ਕੀਤਾ ਹੈ ਤੇ ਜਿਹਦੇ ਤੇ ਤੁਹਾਡੇ ਸਭ ਤੋਂ ਸਲਾਹਾਂ ਮੰਗੀਆਂ ਸੀ। ਸਾਡੇ ਨਾਲ ਚਰਚਾ ਵਿੱਚ ਸ਼ਾਮਿਲ ਨੇ ਪ੍ਰੋਫੈਸਰ ਕੁਲਦੀਪ ਪੁਰੀ ਜੀ, ਪ੍ਰੋਫੈਸਰ ਡਾਕਟਰ ਅਰਵਿੰਦ ਤਰਸੇਮ ਬਾਈਆ ਜੀ ਅਤੇ ਡਾਕਟਰ ਕੁਲਦੀਪ ਸਿੰਘ ਜੀ। ਪ੍ਰੋਫੈਸਰ ਕੁਲਦੀਪ ਪੁਰੀ, ਮੇਰੇ ਕੋਲ ਸਤੀਸ਼ ਦੇਸ਼ਪਾਂਡੇ ਦਾ ਪੀਸ ਪਿਆ, ਇਹ ਦਾ ਹਿੰਦੂ ਅਖਬਾਰ 'ਚ ਛਪਿਆ 14 ਜੂਨ ਨੂੰ। ਉਹਨਾਂ ਨੇ ਕਿਹਾ ਹੈ
ਕਿ ਮੈਂ ਪਾਲਿਸੀ ਪੜ੍ਹੀ ਹੈ, ਬੜੇ ਧਿਆਨ ਨਾਲ ਪੜ੍ਹੀ ਹੈ, ਇੰਨੀ ਖੂਬਸੂਰਤ ਹੈ, ਇੰਨੀ ਅੱਛੀ ਹੈ, ਆਟੋਨਮੀ ਦੀ ਗੱਲ ਕਰਦੀ ਹੈ ਤੇ ਕਹਿ ਰਹੀ ਹੈ ਕਿ ਆਟੋਨਮੀ ਦਾ ਮਤਲਬ ਇਹ ਨਹੀਂ ਹੈ ਕਿ ਆਟੋਨਮੀ ਦੇ ਦਿਓ ਤੇ ਫਿਰ ਉਹਨਾਂ ਨੂੰ ਫਾਈਨੈਂਸ਼ੀਅਲ ਰਿਸੋਰਸਸ ਨਾ ਦਿਓ, ਉਸ ਤੋਂ ਮੁਕਤ ਨਹੀਂ ਹੋ ਜਾਂਦੀ ਸਰਕਾਰ, ਬੜੀ ਚੰਗੀ ਗੱਲ ਹੈ। ਉਹਨਾਂ ਨੇ ਕਿਹਾ ਲਿਬਰਲ ਐਜੂਕੇਸ਼ਨ ਹੋਵੇਗੀ, ਬੜੀ ਚੰਗੀ ਗੱਲ ਹੈ। ਉਹਨਾਂ ਨੇ ਕਿਹਾ ਸਾਰੇ ਬੇਸਿਕਸ ਅੱਛੇ ਨੇ, ਇਸੇ ਕਰਕੇ ਹੀ ਸ਼ੱਕ ਹੈ, ਇਟ ਇਜ਼ ਟੂ ਗੁੱਡ ਟੂ ਬੀ ਟਰੂ। ਇਹ ਐਵੇਂ ਵਿਜ਼ਨ ਡਾਕੂਮੈਂਟ ਹੈ, ਪੋਲੀਟੀਕਲ ਪਾਰਟੀਆਂ ਦੇ ਮੈਨੀਫੈਸਟੋ ਵਰਗਾ ਹੈ, ਇਹ ਚੰਗਾ ਸਾਨੂੰ ਲੱਗਾ ਹੈ, ਪਰ ਲਾਗੂ ਲੁਗੂ ਕੋਈ ਨਹੀਂ ਹੋਣਾ। ਤੁਹਾਡਾ ਵੀ ਕੁਝ ਅਜਿਹਾ ਖਦਸ਼ਾ ਹੈ ਕਿ ਤੁਹਾਨੂੰ ਲੱਗਦਾ ਹੈ ਸਰਕਾਰ ਦਾ ਦ੍ਰਿੜ ਇਰਾਦਾ ਇਹਦੇ ਵਿੱਚੋਂ ਕੁਝ ਮੈਕੈਨਿਜ਼ਮਸ ਨੂੰ ਲਾਗੂ ਕਰ ਦਿੰਦਾ ਹੈ, ਜਿਹਦਾ ਮਤਲਬ ਹੈ ਰਾਸ਼ਟਰੀ ਆਯੋਗ ਤੇ ਬਣ ਹੀ ਜਾਵੇਗਾ, ਸਕੂਲਾਂ ਦਾ ਸਿਸਟਮ ਚੇਂਜ ਹੋ ਹੀ ਜਾਵੇਗਾ, ਯੂਨੀਵਰਸਿਟੀਜ਼ ਦੀ ਜਿਹੜੀ 3 ਤਰੀਕੇ ਨਾਲ ਉਹਨਾਂ ਨੇ ਡਿਵੀਜ਼ਨ ਕੀਤੀ ਹੈ ਇਹ ਤਾਂ ਹੋ ਹੀ ਜਾਵੇਗੀ, ਉਹ ਚੀਜ਼ਾਂ ਹੋ ਜਾਣਗੀਆਂ। ਨਹੀਂ, ਇਹ ਤਾਂ ਫਿਰ ਉਹੀ ਗੱਲ ਜੋ ਸਤੀਸ਼ ਦੇਸ਼ਪਾਂਡੇ ਜੀ ਨੇ ਕਿਹਾ, ਉਹ ਖਦਸ਼ਾ ਤਾਂ ਮੇਰਾ ਵੀ ਹੈਗਾ ਜੀ। ਲੇਕਿਨ ਜਿਹੜੀ ਤੁਸੀਂ ਰਾਈਟ ਟੂ ਐਜੂਕੇਸ਼ਨ ਨਾਲ ਟਕਰਾਉਣ ਦੀ ਗੱਲ ਪਹਿਲੇ ਸੈਕਸ਼ਨ ਦੇ ਵਿੱਚ ਕੀਤੀ ਸੀਗੀ, ਸ਼ੋਰ, ਉਹ ਕਾਫੀ ਜਗ੍ਹਾ ਤੇ ਟਕਰਾਓ ਹੈਗਾ। ਹਾਂ, ਪਹਿਲਾ ਤਾਂ ਪੁਆਇੰਟ ਇਹ ਹੈ ਕਿ ਰਾਈਟ ਟੂ ਐਜੂਕੇਸ਼ਨ ਐਕਟ ਚੰਗਾ ਸੀ ਮਾੜਾ ਸੀ ਇਹਨੂੰ ਆਪਾਂ ਪਰੇ ਰੱਖਦੇ ਹਾਂ। ਜੋ ਵੀ ਸੀ ਉਹਦੇ ਵਿੱਚ ਪਹਿਲੀ ਵਾਰ ਸੀਗਾ ਕਿ ਇੱਕ ਸਕੂਲ ਨੂੰ ਡਿਫਾਈਨ ਕੀਤਾ ਗਿਆ ਕਿ ਇਹ ਕਮਰਾ ਹੋਏਗਾ, ਇੰਨੇ ਟੀਚਰ ਹੋਣਗੇ, ਇਦਾਂ ਇਹ ਜੇ ਇੰਨੇ ਬੱਚੇ ਨੇ ਤਾਂ ਇੰਨੇ ਕਮਰੇ, ਤੇ ਕਮਰੇ ਦਾ ਸਾਈਜ਼ ਇੰਨਾ, ਤੇ ਬਲੈਕ ਬੋਰਡ ਇੰਨੇ, ਗਰਾਊਂਡਸ ਇੰਨੇ, ਟਾਇਲਟਸ ਇੰਨੀਆਂ, ਸਾਰਾ ਕੁਝ ਉਹਨਾਂ ਨੇ ਬਣਾਤਾ, ਤਾਂ ਉਹਨੂੰ ਸਕੂਲ ਕਹਾਂਗੇ। ਉਹਨਾਂ ਨੇ ਸੈੱਟ ਕੀਤੇ, ਠੀਕ। ਤੇ ਇਹ ਵੀ ਕਿਹਾ ਕਿ ਜਿਹੜੇ ਸਕੂਲ ਇਹਨੂੰ ਨਹੀਂ ਲਾਗੂ ਕਰਨਗੇ ਉਹਨਾਂ ਦੀਆਂ ਮਾਨਤਾਵਾਂ ਰੱਦ ਕਰ ਦਿੱਤੀਆਂ ਜਾਣਗੀਆਂ। ਠੀਕ ਹੈ। ਇਹ ਪਾਲਿਸੀ ਉਹਨਾਂ ਸਾਰੀਆਂ ਮਿਆਰਾਂ ਨੂੰ ਰਿਲੈਕਸ ਕਰਨਾ ਚਾਹੁੰਦੀ ਹੈ। ਉਹ ਇਹ ਕਹਿੰਦੀ ਹੈ ਕਿ ਵੀ ਗੁਰੂਕੁਲ, ਪਾਠਸ਼ਾਲਾ ਉਹ ਹੋਣ, ਮਦਰਸੇ, ਆਲਟਰਨੇਟਿਵ ਸਕੂਲ, ਬਦਲਵੇਂ ਸਕੂਲ ਹੈ ਕਿ ਤੁਸੀਂ ਮਤਲਬ ਕਿਤੇ ਵੀ ਬੈਠ ਕੇ ਕੁਝ ਵੀ ਕਰਵਾ ਲਓ। ਉਹਨਾਂ ਦਾ ਕਹਿਣਾ ਇਹ ਹੈ ਪਾਲਿਸੀ ਦੇ ਵਿੱਚ ਕਿ ਜੇ ਉਹ ਪਹਿਲਾਂ ਵੀ ਇਹ ਗੱਲ ਕਹਿ ਰਹੇ ਸੀ ਕਿ ਜਿਹੜੀਆਂ ਚੀਜ਼ਾਂ ਡਿਜ਼ਾਇਰੇਬਲ ਨੇ, ਅੱਛੀ ਗੱਲ ਹੈ ਕਿ ਜੇ ਹੋਣ ਤਾਂ ਚੰਗੀ ਗੱਲ ਹੈ, ਤੁਸੀਂ ਉਹਨਾਂ ਨੂੰ ਮੈਂਡੇਟਰੀ ਕਰ ਦਿੱਤਾ ਸੀ ਕਿ ਜੇ ਨਹੀਂ ਹੋਣਗੀਆਂ ਤਾਂ ਸਕੂਲ ਦੀ ਮਾਨਤਾ ਰੱਦ ਕਰ ਦਿਆਂਗੇ, ਉਹ ਕਹਿੰਦੇ ਅਸੀਂ ਉਹਨੂੰ ਬਦਲ ਰਹੇ ਹਾਂ। ਨਹੀਂ ਜੀ, ਮੈਂ ਉਹੀ ਕਹਿ ਰਿਹਾ, ਐਕਚੁਅਲੀ ਇਹੀ ਜਿਹੜੀ ਗੱਲ ਮੈਂ ਕਹਿਣਾ ਚਾਹ ਰਿਹਾ ਕਿ ਤੁਸੀਂ ਬਦਲਵੇਂ ਸਕੂਲ, ਘਰ ਤੋਂ ਬੈਠ ਕੇ ਪੜਾਉਣ ਦੀਆਂ ਸਹੂਲਤਾਂ, ਹੋਮ ਸਕੂਲਿੰਗ, ਤੁਸੀਂ ਇੱਥੋਂ ਤੱਕ ਆ ਗਏ। ਮਤਲਬ ਇੱਕ ਬੱਚੀ ਚੁੱਲ੍ਹੇ ਦੇ ਉੱਪਰ ਨਾਲ ਰੋਟੀ ਵੀ ਬਣਾਊਗੀ ਤੇ ਨਾਲ ਪੜੂਗੀ ਵੀ, ਤੁਸੀਂ ਇੱਥੋਂ ਤੱਕ ਆ ਗਏ। ਇਹ ਜਿਹੜਾ ਸੀਗਾ ਇਹ ਸਿੱਧਾ ਇਹਦੀ ਰਾਈਟ ਟੂ ਐਜੂਕੇਸ਼ਨ ਜਿੰਨੀ ਅਚੀਵਮੈਂਟ ਸੀਗੀ ਉਹ ਵਾਇਲੇਸ਼ਨ ਹੈ, ਖਤਮ ਹੋ ਗਿਆ। ਇੱਕ ਮਿੰਟ, ਜੇ ਉਹ ਅੱਛਾ ਸੀ ਜਾਂ ਨਹੀਂ ਸੀ ਮੈਨੂੰ ਨਹੀਂ ਪਤਾ ਕਿੰਨਾ ਲਾਗੂ ਹੋਇਆ, ਤੁਸੀਂ ਉਹਨੂੰ ਕਰੈਕਟ ਨਹੀਂ ਕਰ ਰਹੇ। ਲੇਕਿਨ ਤੁਸੀਂ ਉਹਨਾਂ ਬੱਚਿਆਂ ਨੂੰ, ਉਹਨਾਂ ਗਰੀਬ ਬੱਚਿਆਂ ਦਾ ਹੱਕ ਖੋਹ ਲਿਆ ਕਿ ਉਹ ਉਹਨਾਂ ਸਕੂਲਾਂ ਵਿੱਚ ਜਾ ਸਕਣ, ਨਾਰਮਲ ਸਿੰਪਲ ਗਵਰਨਮੈਂਟ ਸਕੂਲਾਂ ਵਿੱਚ। ਜੀ। ਦੂਸਰਾ ਇਹ ਇੱਕ ਜਿਹੜਾ ਆਪਣਾ 25% ਦੇ ਕੋਟੇ ਦਾ ਮਸਲਾ ਸੀਗਾ ਜੀ, ਇੱਕ ਉਹਦੇ ਨਾਲ ਇਹ ਕੋਟਾ ਸੀਗਾ ਕਿ ਸਾਰੇ ਜਿਹੜੇ ਸਕੂਲ ਨੇ, ਪ੍ਰਾਈਵੇਟ ਸਕੂਲ ਨੇ ਜਿਹੜੇ 25% ਅਪਰੈਸਡ ਸੈਕਸ਼ਨ ਦੇ ਬੱਚਿਆਂ ਨੂੰ ਦਾਖਲ 25% ਸੀਟਾਂ ਇਕਨੋਮਿਕਲੀ ਵੀਕ ਸੈਕਸ਼ਨਸ ਦੀਆਂ ਗਰੀਬਾਂ ਦੇ ਬੱਚਿਆਂ ਨੂੰ ਦੇਣੀਆਂ ਪੈਣਗੀਆਂ। ਸਭ ਤੋਂ ਇੰਪੋਰਟੈਂਟ ਸੀ ਐਂਟਰੀ ਸਟੇਜ ਦੇ ਉੱਤੇ, ਐਂਟਰੀ ਸਟੇਜ ਪਹਿਲੀ ਕਲਾਸ ਦੇ। ਹੁਣ ਇਹਨਾਂ ਨੇ ਕੀ ਕੀਤਾ ਹੈ ਕਿ ਉਹਨੂੰ ਇਹ ਕਿਹਾ ਕਿ ਇਹਨੂੰ ਮੁੜ ਵਿਚਾਰ ਕਰੋ, ਔਰ ਮੁੜ ਵਿਚਾਰ ਕੇ ਹੋ ਸਕਦਾ ਵੀ ਪ੍ਰਾਈਵੇਟ ਸਕੂਲ ਇਹ ਕਵੇ ਕਿ ਜੀ 25% ਤਾਂ ਬਹੁਤ ਘੱਟ ਨੇ, ਸਾਡੇ ਬੱਚੇ ਤੇ ਗਰੀਬ ਜ਼ਿਆਦਾ ਨੇ, ਅਸੀਂ 50% ਕਰ ਦਿੰਦੇ ਹਾਂ। ਨਹੀਂ, ਉਦੋਂ ਵੀ ਇੱਕ ਇਸ਼ੂ ਸੀਗਾ। ਇਹ ਹੋ ਸਕਦਾ ਜੀ ਮੁੜ ਵਿਚਾਰ ਨਾਲ ਇਹ ਹੋਵੇ, ਮੈਨੂੰ ਪਤਾ ਨਹੀਂ ਲੋਕੀ ਬਾਕੀ ਤੇ ਦੇਖੋ ਆਡੀਅנס ਆਪ ਅੰਦਾਜ਼ਾ ਲਾ ਸਕਦੇ ਕਿ ਪ੍ਰਾਈਵੇਟ ਸਕੂਲ ਨੂੰ ਜਿਹੜਾ ਮੋਟੀਆਂ ਫੀਸਾਂ ਲੈਂਦਾ ਹੈ ਉਹ ਮੁੜ ਵਿਚਾਰ ਕਰਕੇ ਇਹ ਕਹੇਗਾ ਵੀ ਅਸੀਂ 25% ਤੋਂ ਵਧਾ ਕੇ 30% ਕਰ ਦਿੰਦੇ ਆ ਕਿ ਅਸੀਂ ਇੱਕ ਨੂੰ ਵੀ ਨਹੀਂ ਦਾਖਲਾ ਦਿੰਦੇ। ਮੈਂ ਦੋ ਗੱਲਾਂ ਸਿਰਫ ਕਹਿਣੀਆਂ ਜੀ। ਉਹਨਾਂ ਨੇ ਕਿਹਾ ਜੀ ਸਾਡੇ ਦੋ ਇਹਦੇ ਤੇ ਇਤਰਾਜ਼ ਨੇ। ਸ਼ੋਰ। ਇੱਕ, ਇਹ ਪਾਲਿਸੀ ਦੀ ਨੀਤੀ ਹੈ ਕਿ ਅਸੀਂ ਪ੍ਰਾਈਵੇਟ ਨੂੰ ਆਟੋਨਮੀ ਦੇਣਾ ਚਾਹੁੰਦੇ ਹਾਂ ਐਡਮਿਸ਼ਨ ਦੇ ਵਿੱਚ ਵੀ, ਤੇ ਇਹ ਸਾਡੇ ਉਸ ਨੀਤੀ ਦੇ ਨਾਲ ਟਕਰਾਓ ਕਰਦੀ ਹੈ। ਦੂਜਾ, ਉਹਨਾਂ ਨੇ ਇਹ ਕਿਹਾ ਕਿ ਮੈਲ ਪ੍ਰੈਕਟਿਸਿਸ ਬਹੁਤ ਪੈਦਾ ਹੋ ਗਈਆਂ ਸੀਗੀਆਂ, ਤੇ ਤੀਜੀ ਉਹਨਾਂ ਨੇ ਕਿਹਾ ਕਿ ਅਸੀਂ ਇਹ ਵਿਸ਼ਵਾਸ ਕਰਦੇ ਹਾਂ ਕਿ ਪ੍ਰਾਈਵੇਟ ਸਕੂਲਾਂ ਤੇ ਟਰਸਟ ਕੀਤਾ ਜਾਵੇ ਕਿ ਉਹ ਆਪੇ ਚੰਗੇ ਕੰਮ ਕਰਨਗੇ। ਉਹਨਾਂ ਨੇ ਇਹ ਕਿਹਾ ਕਿ ਇਹ ਠੀਕ ਤਰੀਕੇ ਨਾਲ ਕੰਮ ਵੀ ਨਹੀਂ ਕਰ ਰਹੇ। ਪਲੀਜ਼, ਇਹ ਤਿੰਨੋਂ ਪੁਆਇੰਟ ਜਿਹੜੇ ਨੇ, ਪਹਿਲਾ ਜਿਹੜਾ ਪੁਆਇੰਟ ਹੈ ਆਟੋਨਮੀ ਦਾ, ਇਹ ਸੁਪਰੀਮ ਕੋਰਟ ਦੀ ਜੱਜਮੈਂਟ ਤੋਂ ਦੇ ਨਾਲ ਇਹਨਾਂ ਦਾ ਜਿਹੜਾ ਵਿਊ ਹੈ ਉਹ ਕਲੈਸ਼ ਕਰਦਾ। ਸੁਪਰੀਮ ਕੋਰਟ ਨੇ ਸੋਸਾਇਟੀ ਆਫ ਅਨਐਡਿਡ ਸਕੂਲਸ ਆਫ ਰਾਜਸਥਾਨ ਵਰਸਸ ਗਵਰਨਮੈਂਟ ਆਫ ਇੰਡੀਆ ਉਹਦੇ ਚ ਫੈਸਲਾ ਦੇ ਦਿੱਤਾ ਸੀ। ਦੂਸਰਾ, ਉਹਨਾਂ ਨੇ ਇਹ ਕਿਹਾ ਜੇ ਤੁਸੀਂ ਇੱਕ ਬੰਨੇ ਇਹ ਕਹਿੰਦੇ ਹੋ ਕਿ ਅਸੀਂ ਉਹਨਾਂ ਤੇ ਟਰਸਟ ਕਰਨਾ ਚਾਹੁੰਦੇ ਹਾਂ ਕਿ ਉਹ ਆਪਣਾ ਚੰਗਾ ਕੰਮ ਕਰਨਗੇ, ਉਹਨੇ ਡੰਡਾ ਕਿਉਂ ਮਾਰਨਾ, ਤੇ ਫਿਰ ਮੈਲ ਪ੍ਰੈਕਟਿਸਿਸ ਕੌਣ ਕਰ ਰਿਹਾ ਸੀ? ਅੱਛਾ, ਮੈਂ ਟਰਸਟ ਬਾਰੇ ਇੰਨਾ ਦੱਸ ਦਿਆਂ ਸਿਰਫ ਆਡੀਅנס ਨੂੰ ਕਿ ਭਾਈ 5 ਸਟੇਟਾਂ ਨੇ, ਗੋਆ, ਮਨੀਪੁਰ, ਮਿਜ਼ੋਰਮ, ਤੇਲੰਗਾਨਾ ਤੇ ਸਿੱਕਮ, ਕਦੀ ਨੋਟੀਫਾਈ ਹੀ ਨਹੀਂ ਕੀਤਾ ਕਿ ਭਾਈ ਪ੍ਰਾਈਵੇਟ ਸਕੂਲਾਂ ਨੂੰ 25% ਬੱਚਿਆਂ ਨੂੰ ਐਡਮਿਸ਼ਨ ਦੇਣੀ ਪਏਗੀ, ਗਰੀਬਾਂ ਦੇ ਬੱਚਿਆਂ ਨੂੰ। ਉਹਨਾਂ ਨੇ ਨੋਟੀਫਾਈ ਨਹੀਂ ਕੀਤਾ। 11 ਸਟੇਟਸ ਨੇ ਲਿਖ ਕੇ ਸੈਲਫ ਡੈਕਲੇਰੇਸ਼ਨ ਕੀਤੀ ਹੈ ਕਿ ਜੀ ਸਾਡੇ ਇੱਥੇ ਕੋਈ ਐਡਮਿਸ਼ਨ ਨਹੀਂ ਹੋਈ। ਧੰਨ ਭਾਗ ਸਾਡੇ ਨੇ ਵੀ ਪੰਜਾਬ ਵੀ ਇਹਨਾਂ ਵਿੱਚ ਸ਼ਾਮਲ ਹੈ। ਆਂਧਰਾ ਪ੍ਰਦੇਸ਼, ਅਰੁਣਾਚਲ, ਹਰਿਆਣਾ, ਹਿਮਾਚਲ, ਕੇਰਲਾ, ਨਾਗਾਲੈਂਡ, ਪੰਜਾਬ, ਤ੍ਰਿਪੁਰਾ, ਵੈਸਟ ਬੰਗਾਲ, ਪੌਂਡੀਚੇਰੀ, ਪੁਦੂਚੇਰੀ ਬਣ ਗਿਆ ਵੈਸੇ ਉਹ, ਤੇ ਮੇਘਾਲਿਆ, ਇਹਨਾਂ ਨੇ ਇੱਕ ਵੀ ਬੱਚੇ ਨੂੰ ਐਡਮਿਸ਼ਨ ਨਹੀਂ ਦਿੱਤੀ।
ਫਿਰ ਇਹ ਕਿਦਾਂ ਪਤਾ ਲੱਗਾ ਕਿ ਭਾਈ ਇਹ ਪ੍ਰਾਈਵੇਟ ਸਕੂਲਾਂ 'ਚ ਸਿਸਟਮ ਠੀਕ ਨਹੀਂ ਚੱਲ ਰਿਹਾ, ਇਹ ਕਿਵੇਂ ਪਤਾ ਲੱਗ ਗਿਆ? ਤੇ ਦੋ ਨੇ ਦਿੱਲੀ ਤੇ ਰਾਜਸਥਾਨ ਜਿਨ੍ਹਾਂ ਨੇ ਕਮਾਲ ਕੀਤੀ ਹੈ ਇਸ ਸਿਸਟਮ ਨੂੰ ਲਾਗੂ ਕਰਨ 'ਚ, ਜਿੱਥੇ ਬਹੁਤ ਵਧੀਆ ਰਿਜ਼ਲਟ ਨੇ, ਉਹਦੀ ਕਿਵੇਂ ਸਟੱਡੀ ਹੋਈ ਹੈ? ਮਹਾਰਾਸ਼ਟਰ, ਗੁਜਰਾਤ, ਛੱਤੀਸਗੜ੍ਹ ਕਹਿ ਰਹੇ ਨੇ ਕਿ ਸਾਡੇ ਇੱਥੇ ਹੁਣ ਚੰਗਾ ਚੱਲਣ ਲੱਗ ਪਿਆ ਤੇ ਪ੍ਰੋਗਰੈਸ ਕਰ ਰਿਹਾ। ਹੁਣ ਕਰਨਾਟਕ ਦੀ ਕਹਾਣੀ ਸੁਣ ਲਓ ਜੀ। ਕਰਨਾਟਕ 2019 ਦਾ ਫੈਸਲਾ ਹੈ ਹਾਈ ਕੋਰਟ ਦਾ। ਕਰਨਾਟਕ ਸਰਕਾਰ ਨੇ ਇਹ ਕਹਿਤਾ ਕਿ ਅਸੀਂ ਤਾਂ ਜੀ ਉੱਥੇ ਪ੍ਰਾਈਵੇਟ ਸਕੂਲ 'ਚ ਬੱਚਾ ਭੇਜਾਂਗੇ ਜਿੱਥੇ ਨੇਬਰਹੁੱਡ ਵਿੱਚ ਗਵਰਨਮੈਂਟ ਸਕੂਲ ਨਹੀਂ ਹੈਗਾ। ਬਾਕੀ ਇੱਕ PIL ਪੈ ਗਈ ਹਾਈ ਕੋਰਟ ਵਿੱਚ ਕਿ ਜੀ ਇਹ ਤਾਂ ਬਹੁਤ ਗਲਤ ਹੈ, ਤੇ ਹਾਈ ਕੋਰਟ ਨੇ, ਮਾਣਯੋਗ ਹਾਈ ਕੋਰਟ ਨੇ ਉਸ ਸਟੇਟ ਦੇ ਉਸ ਪ੍ਰੋਵੀਜ਼ਨ ਨੂੰ ਠੀਕ ਸਾਬਤ ਕਰਤਾ ਕਿ ਨਹੀਂ ਇਹ ਠੀਕ ਹੈ। ਜਦੋਂ ਪਹਿਲੀ ਵਾਰੀ ਉਹ ਜੱਜਮੈਂਟ ਆਈ ਆ, ਉਸ ਵੇਲੇ ਇੱਕ ਆਰਗੂਮੈਂਟ ਟੌਪ ਦੇ ਐਜੂਕੇਸ਼ਨਿਸਟ ਪ੍ਰੋਫੈਸਰ ਅਨਲ ਸਾਦਿਕਵਾਲ ਉਹਨਾਂ ਨੇ ਇਹ ਸੀ ਕਿ ਜਿਹੜੇ ਬੱਚੇ ਅਪਰੈਸਡ ਸੈਕਸ਼ਨ ਤੋਂ ਇੰਗਲਿਸ਼ ਮੀਡੀਅਮ ਵਾਲੇ ਨੇ ਮੈਕਸਿਮਮ ਪ੍ਰਾਈਵੇਟ ਸਕੂਲ ਜੀ, ਕਿ ਜੋ ਜਾਣਗੇ ਉਹਨਾਂ ਦੀ ਮਦਰ ਟੰਗ ਆ, ਲੈਂਗੁਏਜ ਆ, ਹੋਰ ਆ, ਤੁਸੀਂ ਇਹਨਾਂ ਸਕੂਲ ਜੇ ਪ੍ਰਾਈਵੇਟ ਹੈਗੇ ਵੀ ਨੇ ਇਹਨਾਂ ਦੇ ਵਿੱਚ ਭੇਜਣਾ ਚਾਹੁੰਦੇ ਤਾਂ ਉਹਨਾਂ ਦੀ ਲੈਂਗੁਏਜ ਵੀ ਟ੍ਰਾਂਸਫਰ ਕਰੋ, ਤਬਦੀਲ ਕਰੋ। ਹੁਣ ਉਹ ਬੱਚਾ ਛੱਡ ਜਾਂਦਾ, ਜਿਹੜਾ ਡਾਟਾ ਦੇ ਰਹੇ ਨੇ ਉਹ ਬੱਚਾ ਸਾਲ ਜਾਂਦਾ, ਉਹਦੇ ਕੋਲੇ ਉਹ ਲੈਂਗੁਏਜ ਹੀ ਹੈ ਨਹੀਂ। ਕਾਂਚਾ ਇਲਾਇਆ ਸ਼ੈਫਰਡ ਜਿਹੜੇ ਹੁਣ ਆਪਣੇ ਨਾਲ ਸ਼ੈਫਰਡ ਲਾਉਂਦੇ ਨੇ, ਬੜੇ ਵੈਲ ਨੋਨ ਪੋਲੀਟੀਕਲ ਥਿਓਰਿਸਟ ਨੇ, ਸੋਸ਼ਲ ਐਕਟਿਵਿਸਟ ਨੇ, ਆਥਰ ਨੇ, ਉਹਨਾਂ ਦਾ ਕਹਿਣਾ ਹੈ ਕਿ ਭਾਈ ਜੇ ਇਹ ਲੈਂਗੁਏਜ ਦਾ ਮੀਡੀਅਮ ਅੰਗਰੇਜ਼ੀ ਹੁੰਦਾ, ਮੈਨੂੰ ਪਤਾ ਤੁਸੀਂ ਸਾਰੇ ਮਾਦਰੀ ਜ਼ੁਬਾਨ ਦੇ ਬੜੇ ਅਲੰਬਰਦਾਰ ਹੋ, ਨਹੀਂ ਅਸੀਂ ਨਹੀਂ, ਸਾਰੀ ਦੁਨੀਆ ਹੋਏਗੀ ਉਹਨਾਂ ਦਾ। ਹਾਂ, ਉਹਨਾਂ ਦੀ ਵੀ, ਸਾਰੀ ਦੁਨੀਆ ਦੀ ਵੀ ਗੱਲ ਕਰ ਲੈਂਦੇ ਆ, ਜਿਹੜੇ ਮਾਦਰੀ ਜ਼ੁਬਾਨ ਦੇ ਜ਼ਿਆਦਾ ਵੱਡੇ ਅਲੰਬਰਦਾਰ ਨੇ ਉਹਨਾਂ ਦੀ ਪਹਿਲਾਂ ਕਰ ਲੈਂਦੇ। ਇੱਕ ਗੱਲ ਤੁਹਾਡੇ ਧਿਆਨ 'ਚ ਜ਼ਰੂਰ ਜੀ ਆਉਣ ਵਾਲੀ ਆ ਇਸ ਐਕਟ ਦੇ ਪ੍ਰਸੰਗ 'ਚ ਜੀ, ਵੀ ਫਸਟ ਗੱਲ ਉਹ ਐਕਟ ਨੇ ਡਿਫਾਈਨ ਕੀਤਾ ਬੱਚੇ ਲਈ ਕਿ ਇਹ ਟੀਚਰ ਤੇ ਸਟੂਡੈਂਟ ਦੀ ਰੇਸ਼ੋ ਹੋਏਗੀ ਜੀ 130 ਕਿਹਾ, ਹਾਲਾਂਕਿ ਬੜੀ ਜ਼ਿਆਦਾ ਲੱਗਦੀ ਸੀ ਫਸਟ ਕੋਲ। ਔਰ ਇਹ ਇੱਕ ਪਾਸੇ ਤਾਂ ਇਹ ਕਹਿੰਦੇ ਆ ਕਿ ਬੜਾ ਸੀਵੀਅਰ ਲਰਨਿੰਗ ਕ੍ਰਾਈਸਿਸ ਹੈ, ਇੱਕ ਪਾਸੇ ਤੁਸੀਂ ਉਹਦਾ ਇਲਾਜ ਕੀ ਦੇ ਰਹੇ ਹੋ ਕਿ ਵਲੰਟੀਅਰ ਟੀਚਰ ਹੋਣਗੇ, ਪੀਅਰ ਟੀਚਰ ਹੋਣਗੇ, ਪ੍ਰਾਈਵੇਟ ਸਕੂਲਸ ਨੇ ਉੱਤੇ ਇਤਰਾਜ਼ ਵੀ ਕੀਤਾ, ਔਰ ਪੀਅਰ ਮਤਲਬ ਟੀਚਰ ਹੋਣਗੇ ਜਿਹੜਾ ਸੀਨੀਅਰ ਸਕੂਲ ਦਾ ਕੋਈ ਸਟੂਡੈਂਟ ਹੈ, ਨੈਸ਼ਨਲ ਟਿਊਟਰ ਪ੍ਰੋਗਰਾਮ ਹੋਏਗਾ, ਕੋਈ ਵਲੰਟੀਅਰਸ ਹੋਣਗੇ। ਮਤਲਬ ਉਹਨਾਂ ਬੱਚਿਆਂ ਨੂੰ ਜਿਹੜੇ ਸਾਡੇ ਕੋਲ ਤਰ੍ਹਾਂ ਦੇ ਟੀਚਰ ਸੀਗੇ, ਉਹਨੂੰ ਇੱਕ ਸਰਕਾਰੀ ਇੱਕ ਸਿਸਟਮ ਹੀ ਬਣ ਜਾਏਗਾ। ਚੰਗੀ ਗੱਲ ਇਹ ਹੈ ਪੰਜਾਬ ਦੇ ਵਿੱਚ, ਮੈਂ ਨਾ ਸੱਚੀ ਮੁੱਚੀ ਜਵਾਨ ਹੁੰਦਾ ਸੀ ਉਹਨਾਂ ਦਿਨਾਂ 'ਚ, ਤੁਹਾਨੂੰ ਸੱਚੀ ਦੱਸਾਂ, ਇਹ 95-96 ਦੀ ਗੱਲ ਹੈ ਜਦੋਂ ਲਾਸਟ ਪੂਰੀ ਤਨਖਾਹ ਦੇ ਉੱਤੇ ਲੈਕਚਰਰ ਪੰਜਾਬ ਦੇ ਕਾਲਜ 'ਚ ਭਰਤੀ ਹੋਇਆ। 1996 ਤੋਂ ਬਾਅਦ ਚੌਥਾਈ ਸਦੀ ਬੀਤ ਗਈ, ਪੰਜਾਬ ਦੇ ਕਾਲਜ 'ਚ ਲੈਕਚਰਰ ਨਹੀਂ ਭਰਤੀ ਹੋਇਆ। ਇਹ ਨਵੀਂ ਪਾਲਿਸੀ ਕਹਿ ਰਹੀ ਹੈ ਕਿ ਕੋਈ ਮਤਲਬ ਨਹੀਂ ਇਸ ਕਿਸਮ ਦੇ ਨਾਲ ਕਾਲਜਸ ਯੂਨੀਵਰਸਿਟੀਆਂ ਚੱਲਣ, ਇਹ ਸਾਰੇ ਪੂਰੀ ਤਨਖਾਹ ਦੇ ਨਾਲ ਪ੍ਰੋਪਰ ਲੈਕਚਰਰ ਭਰਤੀ ਕੀਤੇ ਜਾਣਗੇ। ਤੁਸੀਂ ਇਹਦਾ ਖੈਰ ਮਕਦਮ ਕਰਦੇ ਹੋ ਕਿ ਨਹੀਂ? ਇਹ ਤੇ ਐਡਾ ਵੱਡਾ ਸ਼ੁਭ ਸਮਾਚਾਰ ਹੈ ਵੀ ਕੱਲੀ ਇਹਦੇ ਲਈ ਇਹ ਪਾਲਿਸੀ ਦੇ ਵੋਟਾਂ ਬਹੁਤ ਪੈ ਜਾਣੀਆਂ। ਸਾਰੀ ਸਰਕਾਰ ਕਹਿ ਚੁੱਕੀ ਹੈ, ਪਰ ਨਾਲ ਹੀ ਇਹਦੇ ਚ ਇੱਕ ਲਾਈਨ ਇਹਨਾਂ ਨੇ ਦਰਜ ਕੀਤੀ ਹੈ ਕਿ ਜਿਹੜੇ 20% ਕਾਲਜਸ ਨੇ ਉਹਨਾਂ ਦੀ ਐਨਰੋਲਮੈਂਟ ਘੱਟ ਆ, ਉੱਥੇ ਟੀਚਰ ਹੀ ਕੋਈ ਨਹੀਂ, ਇਸ ਕਰਕੇ ਬੰਦ ਕਰ ਦਿੱਤੇ ਜਾਣਗੇ। ਨਹੀਂ, ਪਰ ਐਸਪੀ ਆਪਾਂ ਪਿਛਲੀ ਗੱਲ ਤੇ ਦੁਬਾਰਾ ਆਈਏ, ਉਹ ਗੱਲ ਖਤਮ ਨਹੀਂ ਹੋਈ। ਪਲੀਜ਼ ਭਾਸ਼ਾ ਦੀ ਨਹੀਂ, ਭਾਸ਼ਾ ਦੀ ਵੀ, ਤੇ ਜਿਹੜੇ ਦੋ ਕਿਸਮ ਗੱਲ ਪਤਾ ਕੀ ਹੈ, ਇੰਨੇ ਕੋਰਟ ਕੇਸ, ਇੰਨੀ ਗੱਲ ਤੁਸੀਂ ਸਾਹਮਣੇ ਲਿਆਂਦੀ 25% ਇਹ ਵਗੈਰਾ, ਮੈਨੂੰ ਲੱਗਦਾ ਸੀ ਵੀ ਇੱਕ ਵੱਡੀ ਰੈਡੀਕਲ ਗੱਲ ਆਊਗੀ ਜਦੋਂ ਨਵੀਂ ਪਾਲਿਸੀ ਆਊਗੀ ਵੀ ਜਿਹੜੀ ਪ੍ਰਾਇਮਰੀ ਐਜੂਕੇਸ਼ਨ ਹੈ ਉਹ ਮੁਲਕ 'ਚ ਯੂਨੀਫਾਰਮ ਹੋਣੀ ਚਾਹੀਦੀ ਹੈ। ਉਹ ਦੋ ਕਿਸਮ ਦੀ ਨਹੀਂ ਹੋਣੀ ਚਾਹੀਦੀ ਵੀ ਕੋਈ ਅੰਗਰੇਜ਼ੀ ਸਕੂਲ ਹੈ, ਕੋਈ ਪੰਜਾਬੀ ਸਕੂਲ ਹੈ, ਕੋਈ ਫਲਾਣਾ ਸਕੂਲ ਹੈ, ਕੋਈ ਫਲਾਣਾ ਸਕੂਲ ਹੈ। ਤੇ ਜੇ ਉਹ ਨਹੀਂ ਹੈਗੀ ਤੇ ਇਹ ਮਸਲੇ ਤੁਹਾਡੇ ਕਦੇ ਹੱਲ ਨਹੀਂ ਹੋਣਗੇ। ਠੀਕ ਹੈ, ਇੱਕੋ ਤਰ੍ਹਾਂ ਦੀ ਬਿਲਕੁਲ ਲੱਗਦਾ ਵੀ ਇਲਾਹਾਬਾਦ ਹਾਈ ਕੋਰਟ ਦੀ ਜਜਮੈਂਟ ਵੀ ਯੂਟੋਪੀਆ ਸੀਗਾ ਵੀ ਸਾਰੇ ਸਕੂਲ ਇੱਕੋ ਜਿਹੇ ਹੋ ਜਾਣ ਤੇ ਸਾਰਿਆਂ ਲਈ ਐਜੂਕੇਸ਼ਨ ਸੇਮ ਹੋਵੇ, ਪ੍ਰਾਇਮਰੀ ਐਜੂਕੇਸ਼ਨ ਬੇਸਿਸ ਸੇਮ ਹੋਵੇ, ਇਹ ਵੀ ਯੂਟੋਪੀਆ ਲੱਗੇਗਾ ਬਹੁਤ ਲੋਕਾਂ ਨੂੰ। ਨਹੀਂ, ਇਹ ਤਾਂ ਪਾਲਿਸੀ 'ਚ ਇੱਕ ਦਿਨ 'ਚ ਹੋ ਜਾਏਗਾ, ਇੱਕ ਦਿਨ 'ਚ ਹੋ ਜਾਏਗਾ, ਇਹ ਤਾਂ ਕੋਈ ਗੱਲ ਹੀ ਨਹੀਂ। ਭਾਵੇਂ ਤੁਸੀਂ ਪ੍ਰਾਈਵੇਟ ਸਕੂਲੋਂ ਪੜਾਓਗੇ, ਤੁਸੀਂ ਕੰਟਰੀ ਦੀਆਂ ਪ੍ਰੈਗਮੈਟਿਕ ਰਿਐਲਿਟੀਜ਼ ਕੀ ਨੇ। ਮੈਂ ਯੂਟੋਪੀਆ 'ਚ ਤੁਹਾਡੇ ਨਾਲ ਆ, ਇਨ ਐਨ ਆਈਡੀਅਲ ਵਰਲਡ ਮੈਂ ਤੁਹਾਡੇ ਨਾਲ ਆ। ਇਹ ਤੇ ਪਾਲਿਸੀ ਦੀ ਗੱਲ ਹੈ। ਇਹਨਾਂ ਨੇ ਇੱਕ ਹੋਰ ਵੀ ਨਾਲ ਪਾਲਿਸੀ ਜੋੜਿਆ ਕਿ ਹਰ ਸਟੇਟ ਦੇ ਵਿੱਚ ਮਲਟੀਪਲ ਐਗਜ਼ਾਮੀਨੇਸ਼ਨ ਬੋਰਡਸ ਨੂੰ ਫਲਰਿਸ਼ ਕਰਨ ਦੀ ਆਗਿਆ ਦਿੱਤੀ ਜਾਏਗੀ ਵੀ CBSE, ICSE ਬੋਰਡ, ਫਲਾਣਾ, ਇਹ ਜਿੰਨੇ ਮਰਜ਼ੀ ਐਗਜ਼ਾਮਿਨਿੰਗ ਬੋਰਡ ਹੋਣ, ਯੂਨੀਫਾਰਮਿਟੀ ਵਾਲੀ ਤੇ ਗੱਲ ਹੀ ਨਹੀਂ। ਤੇ ਜਿਹੜੀ ਤੁਸੀਂ ਸੈਲਰੀ ਦੀ ਗੱਲ ਕੀਤੀ ਨਾ ਕਿ ਪਰਮਾਨੈਂਟ ਹੋਣਗੇ, ਇਹ ਹੋਣਗੇ, ਵਿੱਚ ਇੱਕ ਹੋਰ ਗੱਲ ਵੀ ਹੈ। ਉਹ ਇਹ ਹੈ ਕਿ ਹੁਣ ਜਿਹੜੀ ਹਾਇਰ ਐਜੂਕੇਸ਼ਨ ਗ੍ਰਾਂਟ ਕਾਉਂਸਲ ਹੈ, UGC ਦਾ ਨਵਾਂ ਨਾਂ, ਉਹ ਹੁਣ ਯੂਨੀਫਾਰਮ ਲੈਵਲ ਤੇ, ਨੈਸ਼ਨਲ ਲੈਵਲ ਤੇ ਸੈਲਰੀ ਸਟਰਕਚਰ ਡਿਟਰਮਿਨ ਨਹੀਂ ਕਰੇਗੀ। ਹਰ ਇੰਸਟੀਟਿਊਸ਼ਨ ਆ ਜਿਹੜਾ 2000 5000 ਆਟੋਨਮੀ ਦਾ ਪਾਰਟ ਫਿਰ ਇਹ ਵੀ ਹੁੰਦਾ ਨਾ। ਉਹ ਹਾਂਜੀ ਬਿਲਕੁਲ, ਡਾਕਟਰ ਅਰਵਿੰਦ ਨੂੰ ਆਈਸਰ ਤੋਂ ਚੁੱਕਣਾ ਹੋਵੇ ਤੇ ਫਿਰ ਜ਼ਿਆਦਾ ਪੈਸੇ ਦੇਣੇ ਪੈਣਗੇ ਨਾ, ਫਿਰ ਤੁਸੀਂ ਯੂਨੀਫਾਰਮ ਤੇ ਨਹੀਂ ਆਣਗੇ। ਇੱਕ ਗੱਲ ਹੋਰ ਵੀ ਹੈ ਕਿ ਫਿਰ ਮੈਂ ਘੱਟ ਵੀ ਦੇ ਸਕਦਾ। ਨਹੀਂ, ਇਹ ਤਾਂ ਨੈਚੁਰਲ ਕਰੋਲਰੀ ਹੁੰਦੀ ਹੈ, ਫਿਰ ਉਹਦੇ ਲਈ ਹੋਰ ਮੈਕੈਨਿਜ਼ਮਸ ਹੋਣਗੇ। ਨਹੀਂ, ਮੈਂ ਕਿ ਬਹੁਤ ਚੰਗੀ ਗੱਲ ਵਾਲੀ ਨਹੀਂ ਹੈ। ਉਹਦੇ 'ਚ ਇਹ ਹੈ ਫੈਕਟਰ
ਕਿ ਕਈ ਥਾਵਾਂ ਤੇ ਸ਼ਬਦ ਨਾ ਇਨਫੈਕਟ ਸੈਲਰੀ ਵਰਤਨ ਤੋਂ ਗੁਰੇਜ਼ ਕੀਤਾ ਗਿਆ। ਜੀ ਜੀ, ਕੰਪਨਸੇਸ਼ਨ ਕੰਪਨਸੇਸ਼ਨ ਵਰਤਿਆ ਗਿਆ। ਔਰ ਉਹ ਜਿਹੜੀ ਕੰਪਨਸੇਸ਼ਨ ਵੀ ਹੈ ਹਰੇਕ ਇੰਸਟੀਟਿਊਸ਼ਨ ਦੀ ਆਪਣੀ ਡਿਵੈਲਪਮੈਂਟ ਪਲਾਨ ਹੋਏਗੀ, ਆਈਡੀਪੀ ਕੋਈ, ਉਹਦੇ ਆਧਾਰ ਤੇ ਨੈਚੁਰਲੀ ਕੰਪਨਸੇਸ਼ਨ ਇਹਨਾਂ ਨੇ ਇਹੀ ਕਿਹਾ ਨਾ ਵੀ ਜਿਹੜੀ ਯੂਜੀਸੀ ਨੂੰ ਅਸੀਂ ਇਸ ਕਰਕੇ ਡਿਸਮੈਂਟਲ ਕਰ ਰਹੇ ਹਾਂ, ਉਹ ਗ੍ਰਾਂਟ ਤੇ ਫਾਈਨਾਂਸ ਵੀ ਚੀਜ਼ਾਂ ਤੈਅ ਕਰਦੀ ਹੈ, ਪਾਲਿਸੀ ਨੂੰ ਵੀ ਉਹ ਰੈਗੂਲੇਟ ਕਰਦੀ ਹੈ। ਹੁਣ ਜਿਹੜੀਆਂ ਯੂਨੀਵਰਸਿਟੀ ਜਾਂ ਕਾਲਜ ਆ ਉਹ ਆਪਣੀ ਆਈਡੀਪੀ ਬਣਾਉਣਗੇ, ਵੀ ਪਲਾਨ ਬਣਾਓਗੇ, ਉਹਦੇ ਹਿਸਾਬ ਨਾਲ ਫੰਡਿੰਗ ਆ ਜਿਹੜੀ ਉਹਨੂੰ ਪ੍ਰੋਵਾਈਡ ਕੀਤੀ ਜਾਊਗੀ। ਦੂਸਰਾ ਜਿਹੜਾ ਇਹਨਾਂ ਨੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਵਾਲਾ ਇਸ਼ੂ ਆ, ਇਹਨਾਂ ਨੇ ਸ਼ਬਦੀ ਚੀਜ਼ਾਂ ਇਹ ਕਹਿੰਦੇ ਵੀ ਜਿਹੜੇ ਮਤਲਬ ਸਹਾਇਤਾ ਦੇ ਸਕਦੇ ਨੇ ਉਹਨਾਂ ਨੂੰ ਕਿਹਾ ਵੀ ਬਹੁਤੀ ਉਹਨਾਂ ਤੋਂ ਸਪੋਰਟ ਲਈ ਜਾਊਗੀ। ਤੇ ਇਹ ਸਾਰੇ ਪਾਸੇ ਕੀ ਅਮਰੀਕਾ ਦੇ ਵਿੱਚ ਐਂਡੋਮੈਂਟ ਚੇਅਰਸ ਨਹੀਂ ਹੈਗੀਆਂ? ਨਹੀਂ ਉਹ ਵੱਖਰੀ ਗੱਲ ਹੈ, ਉਹ ਸਾਡੇ ਵੀ ਹੈਗੀਆਂ। ਉਹ ਦੋ ਕਿਸਮ ਕੈਲਗਸ ਬ੍ਰੇਕਫਾਸਟ ਬਣਾਉਂਦਾ ਇੱਥੇ ਤੇ ਉੱਥੇ ਯੂਨੀਵਰਸਿਟੀਆਂ ਰਨ ਕਰਦਾ। ਨਹੀਂ ਤੇ ਜੇ ਅਮਰੀਕਾ 'ਚ ਕੋਈ ਚੀਜ਼ ਹੈ ਤਾਂ ਮੇਰੇ ਤੇ ਨਹੀਂ ਨਾ ਉੱਥੋਂ ਜ਼ਰੂਰੀ ਹੋਣੀ। ਥੀਸ ਆਰ ਸਕਸੈਸਫੁਲ ਮਾਡਲਸ। ਨਹੀਂ ਇੰਨੇ ਕੋਈ ਸਕਸੈਸਫੁਲ ਮਾਡਲ ਨਹੀਂ, ਬਹੁਤ ਸਕਸੈਸਫੁਲ ਮਾਡਲਸ ਨੇ ਵੱਖਰੀ ਕਿਸਮ ਦੀ ਸੋਸਾਇਟੀ। ਆਈਵੀ ਲੀਗ ਯੂਨੀਵਰਸਿਟੀਜ਼ ਦੇ ਵਿੱਚ ਪ੍ਰਾਈਵੇਟ ਐਂਡੋਮੈਂਟ ਚੇਅਰਸ ਨੇ ਜਿਹੜੀਆਂ ਬੜੀਆਂ ਸਕਸੈਸਫੁਲ ਨੇ। ਓਵਰ ਐਂਡ ਅਬਵ ਮਾਡਲ ਬਣਾਇਆ, ਉਹ ਰੈਗੂਲਰ ਫੈਕਲਟੀ ਨੂੰ ਠੇਕੇ ਤੇ ਰੱਖਣ ਦੀਆਂ ਪਾਲਿਸੀ ਨਹੀਂ ਨਾ, ਉਹ ਤਾਂ ਓਵਰ ਐਂਡ ਅਬਵ ਨੇ। ਪਰ ਇੱਕ ਹੋਰ ਨਾਲ ਜਿਹੜਾ ਮਸਲਾ ਜਿਹਦੇ ਤੇ ਇਹ ਪਾਲਿਸੀ ਬਿਲਕੁਲ ਚੁੱਪ ਹੈ, ਉਹ ਹੈ ਮਸਲਾ ਡੈਮੋਕ੍ਰੈਟਿਕ ਟ੍ਰੈਡੀਸ਼ਨਸ ਦਾ। ਜਿਹੜੀ ਡੈਮੋਕ੍ਰੈਟਿਕ ਟ੍ਰੈਡੀਸ਼ਨਸ ਸੰਸਥਾਵਾਂ ਨੂੰ ਚਲਾਉਣ ਦੀਆਂ ਜੀ, ਔਰ ਉਹਨਾਂ ਵਿੱਚ ਵਿਦਿਆਰਥੀਆਂ ਦੀਆਂ ਆਪਣੀਆਂ, ਉਹਦਾ ਕਿਤੇ ਜ਼ਿਕਰ ਹੀ ਨਹੀਂ ਹੈ ਸਾਰੀ ਪਾਲਿਸੀ 'ਚ। ਬੋਰਡ ਆਫ ਗਵਰਨਰਸ ਦੀ ਗੱਲ ਕਰਦੀ ਹੈ ਕਿ ਬੋਰਡ ਆਫ ਗਵਰਨਰਸ ਚਲਾਉਣਗੇ, ਔਰ ਇਹ ਵੀ ਦੱਸਦੀ ਹੈ ਕਿ ਪ੍ਰਾਈਵੇਟ ਜਿਹੜੀਆਂ ਯੂਨੀਵਰਸਿਟੀਆਂ ਹੋਣਗੀਆਂ ਉਹਨਾਂ ਦੇ ਬੋਰਡ ਆਫ ਗਵਰਨਰ ਜਿਹੜੇ ਉਹਨਾਂ ਨੂੰ ਯੂਨੀਵਰਸਿਟੀਆਂ ਨੂੰ ਬਣਾਉਂਦੇ ਆ ਉਹ ਆਪੇ ਬਣਾ ਲੈਣਗੇ। ਸੋ ਬਹੁਤ ਇੱਥੋਂ ਤੱਕ ਵੀ ਜਾਣ ਦੀ ਲੋੜ ਲੱਗੀ ਉਹਨਾਂ ਨੂੰ ਕਹਿਣ। ਸੋ ਬਹੁਤ ਕੁਝ ਹੈਗਾ ਕਿ ਸਾਰੇ ਐਜੂਕੇਸ਼ਨ ਸੈਕਟਰ ਨੂੰ ਕਿਵੇਂ ਐਡਮਿਨਿਸਟਰ ਕੀਤਾ ਜਾਏਗਾ, ਮੈਨੇਜਮੈਂਟਸ ਕਿਵੇਂ ਦੀਆਂ ਹੋਣਗੀਆਂ, ਤੇ ਫਿਰ ਇਹਦੇ ਨਾਲ ਵੀ ਹੈ ਕਿ ਬੱਚਿਆਂ ਨੂੰ ਕਿਸ ਕਿਸਮ ਦੇ ਟੀਚਰ ਪੜ੍ਹਾਉਣਗੇ ਤੇ ਕੀ ਪੜ੍ਹਾਇਆ ਜਾਵੇਗਾ, ਬੱਚੇ ਕਦੋਂ ਪੜ੍ਹਨਗੇ, ਕਦੋਂ ਐਡਮਿਸ਼ਨ ਲੈਣਗੇ, ਕਦੋਂ ਕੋਰਸ ਵਿੱਚੋਂ ਬਾਹਰ ਨਿਕਲ ਜਾਣਗੇ, ਇਹ ਸਾਰਾ ਕੁਝ ਬਦਲ ਰਿਹਾ। ਮੇਰੇ ਕੋਲ ਸਮਾਂ ਘੱਟ ਗਿਆ, ਮੈਂ ਵਿੱਚੋਂ ਜ਼ੁਬਾਨ ਦੀ ਗੱਲ ਕਰਦਾ ਰਹਿ ਗਿਆ। ਕੁਲਦੀਪ ਜੀ, ਜਾਂਦੇ ਮੈਂ ਸਿਰਫ ਇੰਨਾ ਹੀ ਦੱਸ ਸਕਦਾ ਵੀ ਕਾਮਰੇਡਾਂ ਦੀ ਸਰਕਾਰ ਰਹੀ, ਤ੍ਰਿਪੁਰਾ ਤਾਂ ਕਾਫੀ ਦੇਰ ਮਾਨਿਕ ਸਰਕਾਰ ਰਹੀ, ਤੇ ਮੇਰੀ ਜਵਾਨੀ ਦੇ ਦਿਨਾਂ 'ਚ ਬਣੇ ਸੀਗੇ ਮੁੱਖ ਮੰਤਰੀ, ਤੇ ਸਾਰਾ ਮੇਰਾ ਢੇੜ ਉਮਰ ਨਿਕਲ ਗਈ ਹੈ, 25 ਸਾਲ ਉਹ ਮੁੱਖ ਮੰਤਰੀ ਰਹੇ ਨੇ। ਤੇ ਬੰਗਾਲੀ ਤੇ ਕੋਕਬਰੁਕ ਮੀਡੀਅਮ ਸਕੂਲ ਉਹ ਉੱਥੇ ਚਲਾਉਂਦੇ ਰਹੇ ਨੇ, ਅੰਗਰੇਜ਼ੀ ਮੀਡੀਅਮ ਸਿਰਫ ਪ੍ਰਾਈਵੇਟ ਸਕੂਲ ਹੀ ਉੱਥੇ ਚਲਾ ਸਕਦੇ ਸੀਗੇ। ਇਸ ਕਾਮਰੇਡਾਂ ਦੀ ਸਰਕਾਰ ਦੇ ਵਿੱਚ ਪੂਰੇ ਤ੍ਰਿਪੁਰਾ ਦੇ ਵਿੱਚ ਇੱਕ ਬੰਦਾ ਨਹੀਂ ਲੱਭਦਾ ਜਿਹੜਾ ਚੱਜ ਨਾਲ ਅੰਗਰੇਜ਼ੀ ਬੋਲ ਸਕੇ। ਇਸ ਕਰਕੇ ਅੰਗਰੇਜ਼ੀ ਬੋਲ ਕੇ ਸਰਕਾਰੀ ਸਕੂਲਾਂ 'ਚੋਂ ਮਾਰਕਸ ਤੇ ਲੈਨਿਨ ਬਾਰੇ ਗੱਲ ਕਰਨ ਲਈ ਕੋਈ ਨਹੀਂ ਨਿਕਲਿਆ। ਇਸ ਲਈ ਕੋਈ ਟਰਾਈਬਲ ਅੱਜ ਤੱਕ ਪੋਲਿਟ ਬਿਊਰੋ ਦਾ ਮੈਂਬਰ ਨਹੀਂ ਬਣ ਸਕਿਆ। ਵੈਸਟ ਬੰਗਾਲ ਦਾ ਹਾਲ ਵੀ ਕੋਈ ਇਹ ਤੋਂ ਬਹੁਤਾ ਵਧੀਆ ਨਹੀਂ ਗਿਆ। ਜੇ ਸਮਾਂ ਹੋਰ ਹੁੰਦਾ ਤੇ ਮੈਂ ਹੋਰ ਬਹੁਤ ਸਾਰੀਆਂ ਗੱਲਾਂ ਕਰ ਸਕਦਾ ਸੀ। ਵੈਸੇ ਮੈਂ ਉਹਦੇ 'ਚ ਤੁਹਾਡੇ ਨਾਲ ਹਾਂ ਵੀ ਮਾਦਰੀ ਜ਼ੁਬਾਨ ਦੇ ਵਿੱਚ ਪੂਰੀ ਐਜੂਕੇਸ਼ਨ ਦਾ ਮੀਡੀਅਮ ਹੋਣਾ ਚਾਹੀਦਾ। ਕਾਂਚਾ ਇਲਾਇਆ ਜੀ ਦੇ ਤੇ ਵਿਚਾਰ ਵੱਖਰੇ ਨੇ। ਸਵਾਲ ਇਹ ਹੈ ਕਿ ਕਿੰਨੇ ਪੇਜ ਨੇ? ਇਹ ਲਗਭਗ 484 ਪੇਜਾਂ ਦੀ ਇਹ ਪਾਲਿਸੀ ਹੈ। ਜਿਸ ਕਿਸਮ ਦਾ ਅਸੀਂ ਦੇਸ਼ ਬਣਾਇਆ ਹੁਣ ਤੱਕ ਅੰਗਰੇਜ਼ੀ ਵਿੱਚ ਹੀ ਹੈ। ਚਾਹੀਦਾ ਯੂਨੀਵਰਸਿਟੀਆਂ ਨੂੰ ਜਿਹੜੇ ਬੁੱਧੀਜੀਵੀ ਨੇ ਉਹਨਾਂ ਨੂੰ ਕਿ ਇਹਨੂੰ ਛੇਤੀ ਨਾਲ ਟਰਾਂਸਲੇਟ ਕਰਨ, ਇਹਦੀ ਸਮਰੀ ਬਣਾਉਣ, ਇਹ ਵੱਖ-ਵੱਖ ਲੋਕ ਪੜ੍ਹਨ, ਤੁਹਾਡੇ ਵਰਗੇ ਲੋਕ ਇਹਦੇ ਤੇ ਵਿਚਾਰ ਪੇਸ਼ ਕਰਨ। ਮੈਨੂੰ ਤਾਂ ਲਿਬਰਲ ਆਰਟ ਦਾ ਜੀ ਪੰਜਾਬੀ ਨਹੀਂ ਲੱਭੀ। ਮੈਂ ਲਿਬਰਲ ਆਰਟ ਨੂੰ ਪੰਜਾਬੀ ਵਿੱਚ ਕੀ ਕਹਿਣਾ, ਮੈਂ ਤਾਂ ਬਹੁਤ ਕੁਝ ਦੀ ਪੰਜਾਬੀ ਅੱਖਰ ਸਾਨੂੰ ਨਹੀਂ ਲੱਭਦੇ। ਦਰਅਸਲ ਉਹਨਾਂ ਨੇ ਵੈਸੇ ਇਹਦੇ 'ਚ ਇੱਕ ਟਰਾਂਸਲੇਸ਼ਨ ਲਈ ਅਲੱਗ ਪੂਰਾ ਕਮਿਸ਼ਨ ਨੁਮਾ ਪੈਨਲ ਦਾ ਵੀ ਇਹਦੇ 'ਚ ਪ੍ਰਾਵਧਾਨ ਹੈ। ਸ਼ਾਇਦ ਉਹ ਟਰਾਂਸਲੇਟ ਕਰਕੇ ਦੱਸਣਗੇ। ਲਿਬਰਲ ਆਰਟ ਬਹੁਤ ਵੱਡਾ ਮਿਸਿੰਗ ਹੋ ਗਿਆ ਕਿ ਨੈਸ਼ਨਲ ਟੈਸਟਿੰਗ ਏਜੰਸੀ ਹੋਏਗੀ। ਨੈਸ਼ਨਲ ਟੈਸਟਿੰਗ ਏਜੰਸੀ ਦੀ ਮੈਂ ਗੱਲ ਕੀਤੀ ਹੈ ਕਿ ਉਹ ਬਣੇਗੀ, ਸੋ ਐਗਜ਼ਾਮ ਕੌਣ ਲਵੇਗਾ ਉਹ ਵੀ ਏਜੰਸੀ ਬਦਲ ਜਾਵੇਗੀ। ਬਹੁਤ ਕੁਝ ਨਵਾਂ। ਕਿਰਪਾ ਕਰਕੇ ਕੋਸ਼ਿਸ਼ ਕਰੋ, ਇੱਕ ਡਿਬੇਟ ਦੇ ਵਿੱਚ ਸਾਰਾ ਕੁਝ ਦੱਸਿਆ ਨਹੀਂ ਜਾ ਸਕਦਾ, ਨਾ ਹੀ ਇੱਕ ਡਿਬੇਟ ਕਾਫੀ ਹੈ। ਅਸੀਂ ਬਕਾਇਦਾ ਇਸ ਮੁੱਦੇ ਤੇ ਵੀ ਦੁਬਾਰਾ ਆਵਾਂਗੇ। ਔਰ ਸਾਡੇ ਜਿਹੜੇ ਬੁੱਧੀਜੀਵੀ ਦਰਸ਼ਕ ਨੇ ਉਹਨਾਂ ਨੂੰ ਜ਼ਰੂਰ ਬੇਨਤੀ ਹੈ ਕਿ ਤੁਸੀਂ ਇਸ ਪਾਲਿਸੀ ਨੂੰ ਪੜ੍ਹੋ। ਬਹੁਤ ਸਾਰੀਆਂ ਹੋਰ ਚੀਜ਼ਾਂ ਹੋਣਗੀਆਂ ਜਿਹੜੀਆਂ ਰਹਿ ਗਈਆਂ ਹੋਣਗੀਆਂ ਇਸ ਡਿਬੇਟ ਤੋਂ ਬਾਅਦ। ਇਹ ਕੋਈ ਬਹੁਤ ਐਗਜ਼ੌਸਟਿਵ ਡਿਬੇਟ ਨਹੀਂ ਹੋ ਸਕਦਾ ਸੀਗਾ, ਬਟ ਇਟਸ ਟਾਈਮ ਟੂ ਵਰੀ। ਚਿੰਤਾ ਦਾ ਸਮਾਂ ਤੇ ਆਸ ਦਾ ਵੀ ਸਮਾਂ। ਜਿਸ ਵੇਲੇ ਪਾਲਿਸੀਆਂ ਬਣਦੀਆਂ ਨੇ ਇਸ ਕਿਸਮ ਦੀ ਚਿੰਤਾ ਤੇ ਆਸ ਨਾਲੋਂ ਨਾਲ ਚੱਲਦੀਆਂ ਨੇ। ਇਸ ਪਾਲਿਸੀ ਬਾਰੇ ਰੈਪ ਅਪ ਕਰਦੇ ਹਾਂ, ਇਸ ਤੋਂ ਵਧੇਰੇ ਅਜੇ ਨਹੀਂ ਕਹਿਣਾ ਚਾਹੀਦਾ। ਬਾਕੀ ਦੇ ਇੰਪੀਰੀਕਲ ਜਿਹੜੇ ਖਦਸ਼ੇ ਇਹਨਾਂ ਨੇ ਦੱਸੇ ਨੇ ਉਹਨਾਂ ਦਾ ਕੋਈ ਐਵੀਡੈਂਸ ਅਜੇ ਸਾਹਮਣੇ ਨਹੀਂ ਆਇਆ। ਧੰਨਵਾਦ ਤੇ ਰੱਬ ਰਾਖਾ।